Hello students, how are you? ਕਿੱਦਾਂ ਹੋ ਸਾਰੇ? ਲਾਸਟ ਟਾਈਮ ਆਪਾਂ ਕੁਝ ਟੌਪਿਕ ਕਰ ਰਹੇ ਸੀ ਇਲੈਕਟ੍ਰਿਕ ਫੀਲਡ ਦੇ। ਤਾਂ ਡਾਈਪੋਲ ਯਾਦ ਹੈ? ਇਲੈਕਟ੍ਰਿਕ ਡਾਈਪੋਲ ਉਹਦੇ ਤੇ ਆਪਾਂ ਕਰ ਚੁੱਕੇ ਹਾਂ। ਇੱਕ ਤਾਂ ਔਨ ਦਾ ਐਕਸਲ ਲਾਈਨ ਦੇ ਉੱਪਰ ਕੋਈ ਇੱਕ ਪੁਆਇੰਟ ਹੈ, ਕੋਈ ਆਪਣਾ ਆਬਜ਼ਰਵੇਸ਼ਨ ਪੁਆਇੰਟ, ਉਸ ਜਗ੍ਹਾ ਤੇ ਇਲੈਕਟ੍ਰਿਕ ਫੀਲਡ ਕਿੰਨੀ ਹੁੰਦੀ ਹੈ ਉਹ ਆਪਾਂ ਕਰ ਚੁੱਕੇ ਹਾਂ, ਉਹ ਵਾਲਾ ਟੌਪਿਕ। ਸੈਕਿੰਡ ਜੋ ਆਪਾਂ ਕੀਤਾ ਸੀ ਇਕੁਏਟੋਰੀਅਲ ਲਾਈਨ, ਇਲੈਕਟ੍ਰਿਕ ਫੀਲਡ ਔਨ ਦਾ ਇਕੁਏਟੋਰੀਅਲ ਲਾਈਨ ਆਫ ਐਨ ਇਲੈਕਟ੍ਰਿਕ ਡਾਈਪੋਲ। ਵੀ ਕੋਈ ਪੁਆਇੰਟ ਹੈ ਇਕੁਏਟੋਰੀਅਲ ਲਾਈਨ ਦੇ ਉੱਪਰ, ਤਾਂ ਉਹਦੇ ਤੇ ਆਪਾਂ ਇਲੈਕਟ੍ਰਿਕ ਫੀਲਡ ਫਾਈਂਡ ਕੀਤੀ ਸੀ। ਦਿਸ ਵਾਜ਼ ਅਵਰ ਸੈਕਿੰਡ ਆਰਟੀਕਲ। ਥਰਡ ਆਪਣੀ ਕੋਲ ਇਹ ਚੀਜ਼ ਆ ਜਾਂਦੀ ਹੈ ਕਿ ਇਫ ਯੂ ਹੈਵ ਐਨੀ ਪੁਆਇੰਟ, ਹੁਣ ਇਹ ਪੁਆਇੰਟ ਆਪਣਾ ਜ਼ਰੂਰੀ ਨਹੀਂ ਵੀ ਐਕਸਲ ਲਾਈਨ ਦੇ ਉੱਪਰ ਹੋਵੇ ਜਾਂ ਇਕੁਏਟੋਰੀਅਲ ਲਾਈਨ ਦੇ ਉੱਪਰ ਹੋਵੇ, ਇਟ ਕੈਨ ਬੀ ਐਨੀਵੇਅਰ ਅਰਾਊਂਡ ਦਾ ਦੈਟ ਡਾਈਪੋਲ। ਉਸ ਡਾਈਪੋਲ ਦੇ ਚਾਰੇ ਪਾਸੇ ਕਿਤੇ ਵੀ ਕੋਈ ਪੁਆਇੰਟ ਹੈ, ਪੁਆਇੰਟ ਆਫ ਆਬਜ਼ਰਵੇਸ਼ਨ ਹੈ, ਉਸ ਪੁਆਇੰਟ ਦੇ ਉੱਪਰ ਹਾਊ ਮਚ ਵਿਲ ਬੀ ਦਾ ਇਲੈਕਟ੍ਰਿਕ ਫੀਲਡ, ਇਹ ਚੀਜ਼ ਆਪਾਂ ਕੈਲਕੂਲੇਟ ਕਰਕੇ ਦੱਸਣੀ ਹੈ। ਓਕੇ ਹੋ ਗਿਆ? ਨਾਓ ਯੂ ਸੀ ਕਿ ਜੋ ਆਪਣੇ ਕੋਲ ਇਹ ਵਾਲਾ ਆਰਟੀਕਲ ਹੈ, ਇਹਦੇ ਲਈ ਪਹਿਲੇ ਮੈਂ ਤੁਹਾਨੂੰ ਇਹ ਦੱਸਦਾ ਵੀ ਇਹ ਕਨਸੈਪਟ ਜਿਹੜਾ ਆਪਾਂ ਪਹਿਲੇ ਕਰ ਚੁੱਕੇ ਹਾਂ। देखिए ऑन एक्सल लाइन वी हैव डन दिस कॉन्सेप्ट। एक्सल लाइन ਦੇ ਉੱਪਰ ਰਜੇ ਆਪਾਂ ਇਹ ਕਰ ਲਿਆ ਸੀਗਾ, ਮੈਂ ਤੁਹਾਨੂੰ ਦੱਸਦਾ। ਇਹ ਪਹਿਲਾ ਕਨਸੈਪਟ ਜਿਹੜਾ ਸੀ ਸਾਡਾ ਐਕਸਲ ਲਾਈਨ, ਠੀਕ ਹੈ। ਇਹਦੇ ਚ ਇਹ ਵਾਲਾ ਚੀਜ਼ ਸੀ ਸਾਡੇ ਕੋਲ ਡਾਈਪੋਲ। ਦਿਸ ਵਾਜ਼ ਯੋਰ ਡਾਈਪੋਲ। ਇਹ ਆਪਣਾ ਇੱਕ ਚਾਰਜ ਸੀਗਾ, that was at A. This was another charge which was placed at B. ਔਰ ਆ ਜਿਹੜੀ ਲਾਈਨ ਇਹਨਾਂ ਨੂੰ ਜੁਆਇਨ ਕਰਦੀ ਉਹਨੂੰ ਆਪਾਂ ਬੋਲਦੇ ਸੀ ਐਕਸਲ ਲਾਈਨ। ਉਹਦੇ ਤੇ ਆਪਣਾ ਪੁਆਇੰਟ P ਸੀਗਾ। ਇਸ ਪੁਆਇੰਟ P ਦੇ ਉੱਪਰ ਆਪਾਂ ਆਪਣੇ ਆਰਟੀਕਲ 'ਚ ਇਲੈਕਟ੍ਰਿਕ ਫੀਲਡ ਫਾਈਂਡ ਕਰ ਲਈ ਸੀ। ਦੈਟ ਫੀਲਡ ਵਾਜ਼ ਦਿਸ। ਉਹ ਆ ਵਾਲੀ ਫੀਲਡ ਆਪਣੇ ਕੋਲ ਆ ਗਈ ਸੀ, ਠੀਕ ਹੈ। ਇਹ ਜਿਹੜਾ ਆਪਾਂ ਫਾਰਮੂਲਾ ਡਰਾਈਵ ਕਰ ਚੁੱਕੇ ਹਾਂ, ਜਿਹੜਾ ਆਪਣਾ ਪਹਿਲਾ ਆਰਟੀਕਲ ਹੈ, ਉਸ ਆਰਟੀਕਲ ਵਿੱਚ ਜਿਹੜਾ ਆਪਾਂ ਲਿਖ ਰਹੇ ਹਾਂ, ਇੱਥੇ ਜਿਹੜਾ ਆਪਾਂ ਲਿਖ ਰਹੇ ਹਾਂ E ਵੈਕਟਰ ਮੋਡੂਲਸ, ਇਹਦਾ ਮਤਲਬ ਕਿ ਦਿਸ ਇਜ਼ ਦਾ, ਆ ਚੀਜ਼ ਕੀ ਹੈ, ਮੈਗਨੀਟਿਊਡ ਆਫ ਇਲੈਕਟ੍ਰਿਕ ਫੀਲਡ ਹੈ। ਮੈਗਨੀਟਿਊਡ ਆਫ ਇਲੈਕਟ੍ਰਿਕ ਫੀਲਡ ਕਿੰਦੇ ਇਕੁਅਲ ਹੈ 1.4 ਪਾਈ ਐਪਸਾਈਲਨ ਨੋਟ 2p cos theta upon r cube, where p was the dipole moment, electric dipole moment of this dipole. p ਆਪਣੇ ਕੋਲ ਜਿਹੜਾ ਇਲੈਕਟ੍ਰਿਕ ਡਾਈਪੋਲ ਮੋਮੈਂਟ ਸੀਗਾ ਉਹ ਕੀ ਹੁੰਦਾ ਸੀਗਾ, p ਆਪਣੇ ਕੋਲ ਕੀ ਹੁੰਦਾ ਸੀਗਾ, ਆਈਦਰ ਚਾਰਜ ਮਤਲਬ q into distance between them, ਜਿਹੜਾ ਚਾਰजेस ਦੇ ਵਿੱਚ ਡਿਸਟੈਂਸ ਸੀਗਾ, that was 2a, ਠੀਕ ਹੈ। ਇਹ ਆਪਣੇ ਕੋਲ ਜਿਹੜਾ ਆਪਾਂ ਡਾਈਪੋਲ ਮੋਮੈਂਟ ਕੈਲਕੂਲੇਟ ਕਰਦੇ ਸੀਗੇ, ਇਲੈਕਟ੍ਰਿਕ ਡਾਈਪੋਲ ਮੋਮੈਂਟ p, ਉਹ ਐਦਾਂ ਫਾਈਂਡ ਆਊਟ ਕਰ ਰਹੇ ਸੀ ਆਪਾਂ ਵੀ ਇਲੈਕਟ੍ਰਿਕ ਡਾਈਪੋਲ ਮੋਮੈਂਟ p is equal to q into 2a। ਤਾਂ ਇੱਥੇ ਜਿਹੜਾ ਸੀ p ਯੂਜ਼ ਕਰ ਰਹੇ ਹਾਂ ਫਾਰਮੂਲਾ ਵਿੱਚ, this was the dipole moment। ਇਹ ਆਪਾਂ ਕਰ ਚੁੱਕੇ ਹਾਂ ਵਾਲਾ ਆਰਟੀਕਲ, ਤੁਸੀਂ ਉਹਨੂੰ ਧਿਆਨ ਨਾਲ ਦੁਬਾਰਾ ਰੀਡ ਕਰਨਾ ਹੈ, ਯੂ ਵਿਲ ਬੀ ਗੈਟਿੰਗ ਦਿਸ ਰਿਜ਼ਲਟ। ਔਰ ਸੈਕਿੰਡ ਆਰਟੀਕਲ ਆਪਾਂ ਇਹ ਵਾਲਾ ਕੀਤਾ ਸੀਗਾ, ਦਿਸ ਵਨ, ਵੈਨ ਯੂ ਆਰ ਹੈਵਿੰਗ ਇਕੁਏਟੋਰੀਅਲ ਲਾਈਨ। ਜਦੋਂ ਆਪਣੀ ਕੋਲ ਇਕੁਏਟੋਰੀਅਲ ਲਾਈਨ ਤੇ ਸੀ ਆਪਣਾ ਪੁਆਇੰਟ, ਉਦੋਂ ਸੀ ਜਦੋਂ ਕਰ ਰਹੇ ਸੀ, ਤਾਂ ਉਹ ਦੇਖੋ ਆਪਣੇ ਕੋਲ ਇਹ ਵਾਲਾ ਕਨਸੈਪਟ ਸੀਗਾ ਕਿ ਯੂ ਆਰ ਹੈਵਿੰਗ ਵਨ ਚਾਰਜ ਹੇਅਰ ਐਂਡ ਵਨ ਚਾਰਜ ਯੂ ਆਰ ਹੈਵਿੰਗ ਐਟ B ਪੁਆਇੰਟ। ਦੋ ਚਾਰजेस ਰੱਖੇ ਸੀ, one is minus q, one is plus q, and the distance between these two charges was again 2a. This was the total distance between these two charges, ठीक है। तो ये भी डाइपोल बन गया। उवें इस डाइपोल दी भी अपने कोल डाइपोल मोमेंट है p, वो किंदे इक्वल है, आइदर चार्ज इनटू डिस्टेंस, आइदर चार्ज इनटू डिस्टेंस between them. This was your dipole moment p, ठीक है। ਹੁਣ ਆਪਾਂ ਇੱਥੇ ਜਿਹੜਾ ਆ ਵਾਲਾ ਦੂਸਰਾ ਜਿਹੜਾ ਫਾਰਮੂਲਾ ਫਾਈਂਡ ਕੀਤਾ ਸੀ, ਦਿਸ ਫਾਰਮੂਲਾ, ਇਹ ਆਪਾਂ ਡਰਾਈਵ ਕਰ ਚੁੱਕੇ ਹਾਂ
ਇਹ ਆਪਾਂ ਡਰਾਈਵ ਕਰ ਚੁੱਕੇ ਹਾਂ ਕਦੋਂ, ਜਦੋਂ ਆਪਣੇ ਕੋਲ ਇਕੁਏਟੋਰੀਅਲ ਲਾਈਨ ਹੋਵੇ। ਇਕੁਏਟੋਰੀਅਲ ਲਾਈਨ ਦੇ ਉੱਪਰ ਆਪਣਾ ਪੁਆਇੰਟ ਆਫ ਆਬਜ਼ਰਵੇਸ਼ਨ ਹੈ, ਜਿਵੇਂ ਆਪਾਂ ਇੱਥੇ ਡਰਾ ਕੀਤਾ ਐਸ ਫਿਗਰ ਵਿੱਚ। ਇਨ ਦਿਸ ਫਿਗਰ ਯੂ ਆਰ ਸੀਇੰਗ ਕਿ ਹੇਅਰ ਦਿਸ ਇਜ਼ ਦਾ ਡਾਈਪੋਲ ਐਂਡ ਦਿਸ ਲਾਈਨ ਜੋ ਆਪਾਂ ਪਰਪੈਂਡੀਕੂਲਰ ਲਾਈਨ ਨਾਲ ਡਰਾ ਕੀਤੀ ਇਹ ਵਾਲੀ ਲਾਈਨ, ਇਹ ਆਪਣੀ ਕੋਲ ਲਾਈਨ ਜਿਹੜੀ ਹੈ ਦਿਸ ਇਜ਼ ਯੂਰ ਇਕੁਏਟੋਰੀਅਲ ਲਾਈਨ, ਔਰ ਇਹਦੇ ਉੱਪਰ ਆਪਣਾ ਪੁਆਇੰਟ P ਲਿਆ। ਦਿਸ ਇਜ਼ ਅਵਰ ਪੁਆਇੰਟ ਆਫ ਆਬਜ਼ਰਵੇਸ਼ਨ। ਇਹ ਪੁਆਇੰਟ ਆਫ ਆਬਜ਼ਰਵੇਸ਼ਨ ਹੈ ਰਾਜੇ। ਆ ਜਿਹੜਾ P ਅਸੀਂ ਲੈ ਰਹੇ ਹਾਂ ਦਿਸ ਇਜ਼ ਡਾਈਪੋਲ ਮੋਮੈਂਟ। ਠੀਕ ਹੈ, ਥੋੜਾ ਧਿਆਨ ਰੱਖ ਲੈਣਾ, ਦੋਨੋਂ ਚੀਜ਼ਾਂ ਸੇਮ ਚੱਲ ਰਹੀਆਂ ਕਿਉਂਕਿ ਬੁੱਕ ਵਿੱਚ ਵੀ ਸੇਮ ਹੀ ਉਹਨੇ ਲਿਆ, ਤਾਂ ਕਰਕੇ ਮੈਂ ਵੀ ਉਦਾਂ ਹੀ ਤੁਹਾਨੂੰ ਉਹੀ ਡਿਸਕ੍ਰਿਪਸ਼ਨਸ ਲੈ ਰਿਹਾ। ਠੀਕ ਹੈ, ਬਟ ਦਿਸ P ਇਜ਼ ਯੂਰ ਪੁਆਇੰਟ ਆਫ ਆਬਜ਼ਰਵੇਸ਼ਨ। ਆ ਆਪਣਾ ਪੁਆਇੰਟ ਆਫ ਆਬਜ਼ਰਵੇਸ਼ਨ ਹੈ, ਇਹ ਆਪਣਾ r ਡਿਸਟੈਂਸ ਦੇ ਉੱਪਰ ਹੈ, ਸੈਂਟਰ ਤੋਂ ਕਿੰਨੇ ਡਿਸਟੈਂਸ ਦੇ ਉੱਪਰ ਹੈ, r ਡਿਸਟੈਂਸ ਦੇ ਉੱਪਰ ਹੈ। ਤਾਂ ਫਿਰ ਸਾਡੇ ਕੋਲ ਆਹ ਵਾਲਾ ਫਾਰਮੂਲਾ ਆ ਰਿਹਾ ਸੀ ਵੀ ਇਲੈਕਟ੍ਰਿਕ ਫੀਲਡ ਜਿਹੜੀ ਹੈ ਦੈਟ ਇਜ਼ ਇਕੁਅਲ ਟੂ 1.4 ਐਪਸਾਈਲਨ ਨੋਟ P sin θ upon r cube। ਦਿਸ ਵਾਸ ਦਾ ਫਾਰਮੂਲਾ। ਇਹ ਵੀ ਆਪਾਂ ਡਰਾਈਵ ਕਰ ਚੁੱਕੇ ਹਾਂ। ਠੀਕ ਹੈ, ਹੁਣ ਆਪਣਾ ਤੀਸਰਾ ਆਰਟੀਕਲ ਜੋ ਹੈ ਉਹ ਕੀ ਹੈ, ਦੈਟ ਆਰਟੀਕਲ ਇਜ਼ ਦਿਸ ਵਨ ਕਿ ਇਲੈਕਟ੍ਰਿਕ ਫੀਲਡ, ਇਹ ਤੁਹਾਡੀ ਬੁੱਕ ਵਿੱਚ ਵੀ ਹੈ ਰਾਜੇ, ਇਲੈਕਟ੍ਰਿਕ ਫੀਲਡ ਐਟ ਐਨੀ ਪੁਆਇੰਟ ਡਿਊ ਟੂ ਐਨ ਇਲੈਕਟ੍ਰਿਕ ਡਾਈਪੋਲ। ਆਪਾਂ ਕੀ ਕਰ ਰਹੇ ਹਾਂ, ਇਲੈਕਟ੍ਰਿਕ ਫੀਲਡ ਕਰ ਰਹੇ ਹਾਂ ਫਾਈਂਡ ਕਿਸੇ ਵੀ ਪੁਆਇੰਟ ਦੇ ਉੱਪਰ ਐਟ ਐਨੀ ਪੁਆਇੰਟ। ਠੀਕ ਹੈ, ਡਿਊ ਟੂ ਐਨ ਇਲੈਕਟ੍ਰਿਕ ਡਾਈਪੋਲ। ਅਗੇਨ ਤੁਹਾਡੇ ਕੋਲ ਡਾਈਪੋਲ ਉਦਾਂ ਹੀ ਹੈ, ਯੂ ਆਰ ਹੈਵਿੰਗ ਐਨ ਡਾਈਪੋਲ। ਠੀਕ ਹੈ, ਡਾਈਪੋਲ ਆਪਣੇ ਕੋਲ ਸੇਮ ਉਵੇਂ ਹੀ ਹੈਗਾ। ਤਾਂ ਜਿਹੜਾ ਡਾਈਪੋਲ ਹੈ ਉਹ ਸਾਡੇ ਕੋਲ ਜਿਵੇਂ ਅਸੀਂ ਪਹਿਲੇ ਕੰਸੀਡਰ ਕਰਦੇ ਸੀ A ਐਂਡ B, ਉੱਥੇ ਦੋ ਚਾਰਜਿਸ ਰੱਖਦੇ ਸੀ -Q +Q, ਸੇਮ ਲਿਆ। P ਪੁਆਇੰਟ ਸਾਡਾ ਕਿਤੇ ਵੀ ਹੈਗਾ, P ਪੁਆਇੰਟ ਸਾਡਾ ਕਿਤੇ ਵੀ ਹੈਗਾ। ਜੇ ਆਪਾਂ ਇਹਨੂੰ ਤੁਹਾਨੂੰ ਦਿਖਾਵਾਂ ਮੈਂ ਫਿਗਰ ਦੇ ਹਿਸਾਬ ਨਾਲ, ਜੇ ਆਪਾਂ ਦੇਖੀਏ ਤਾਂ ਵੀ ਕੈਨ ਆਲਸੋ ਹੈਵ ਦਿਸ ਥਿੰਗ ਕਿ ਜਿਹੜਾ ਤੁਹਾਡੇ ਕੋਲ ਆ ਵਾਲਾ A ਤੇ B ਹੈ, ਇਸ ਕੇਸ ਵਿੱਚ ਜਿਹੜਾ ਆ ਵਾਲਾ ਤੁਸੀਂ ਲੈ ਚੁੱਕੇ ਹੋ, ਦਿਸ ਇਜ਼ ਨਾਓ ਦਿਸ ਇਜ਼ A, this is point B। ਇੱਥੇ ਚਾਰजेस ਹੈ, let us suppose here we are having -Q charge and here we are having +Q charge। ਠੀਕ ਹੈ, ਇਹ ਆਪਣੇ ਕੋਲ ਡਾਈਪੋਲ ਹੈ। ਹੁਣ ਇਸ ਡਾਈਪੋਲ ਦੇ ਜੇ ਆਪਾਂ ਇਧਰਲੇ ਪਾਸੇ ਨੂੰ ਲਾਈਨ ਮੈਂ ਅੱਗੇ ਡਰਾ ਕਰਦਾ ਔਨ ਦਿਸ ਸਾਈਡ, ਜੇ ਮੈਂ ਡਰਾ ਕੀਤਾ ਹੁੰਦਾ, ਇਹ ਲਾਈਨ ਕਿਹੜੀ ਆ ਜਾਣੀ ਸੀ ਹੁੰਦੀ, ਐਕਸੀਅਲ ਲਾਈਨ। ਔਰ ਜੇ ਆਪਾਂ ਇੱਥੋਂ ਐ ਪਰਪੈਂਡੀਕੂਲਰ ਲਾਈਨ ਇੱਥੇ ਡਰਾ ਕਰ ਲੈਂਦੇ ਇੱਦਾਂ ਜੇ, ਠੀਕ ਹੈ, ਲਾਈਕ ਦਿਸ। ਜੇ ਆਪਾਂ ਇੱਥੇ ਲਾਈਨ ਡਰਾ ਕੀਤੀ ਹੁੰਦੀ, ਇਹ ਲਾਈਨ ਜਿਹੜੀ ਆ ਜਾਣੀ ਸੀ ਕਿਹੜੀ ਆ ਜਾਣੀ ਸੀ, ਇਕੁਏਟੋਰੀਅਲ ਲਾਈਨ। ਹੁਣ ਆਪਣਾ P ਨਾ ਤਾਂ ਐਕਸਲ ਲਾਈਨ ਦੇ ਉੱਪਰ ਹੈਗਾ, ਨਾ ਉਹ ਇਕੁਏਟੋਰੀਅਲ ਲਾਈਨ ਦੇ ਉੱਪਰ ਹੈ, ਉਹ ਆਹ ਵਾਲਾ ਪੁਆਇੰਟ ਹੈ। ਸਪੋਜ਼ ਦਿਸ ਇਜ਼ ਯੂਰ ਪੁਆਇੰਟ ਆਫ ਆਬਜ਼ਰਵੇਸ਼ਨ P, ਜਿੱਥੇ ਆਪਾਂ ਇਲੈਕਟ੍ਰਿਕ ਫੀਲਡ ਫਾਈਂਡ ਕਰਨੀ ਹੈ। ਆਹ ਵਾਲਾ ਜਿਹੜਾ ਆਪਣਾ ਜਿਹੜਾ ਨੀਚੇ ਹੈ, ਦਿਸ ਇਜ਼ ਯੂਰ ਜਿਹੜਾ ਆਹ ਵਾਲਾ ਆਪਣੇ ਕੋਲ ਹੈ, ਇਹ ਆਪਣੇ ਕੋਲ ਕੀ ਹੈ, ਡਾਈਪੋਲ ਹੈ, A ਤੋਂ ਲੈ ਕੇ B ਤੱਕ। ਦਿਸ ਇਜ਼ ਯੂਰ ਡਾਈਪੋਲ। ਐਸ ਡਾਈਪੋਲ ਦੀ ਡਾਈਪੋਲ ਮੂਵਮੈਂਟ ਹੈ P ਵੈਕਟਰ। ਆ ਜਿਹੜਾ P ਵੈਕਟਰ ਆਪਾਂ ਲੈਣੇ ਪਏ ਆ, ਦਿਸ ਇਜ਼ ਦਾ ਡਾਈਪੋਲ ਮੂਵਮੈਂਟ ਆਫ ਦਿਸ ਵੈਕਟਰ। ਕੋਈ ਵੈਕਟਰ ਹੋਊਗਾ ਉਹਦੀ ਡਾਈਪੋਲ ਮੂਵਮੈਂਟ ਆਪਾਂ ਦੇਖਦੇ ਆ ਨਾ ਵੀ ਡਾਈਪੋਲ ਮੂਵਮੈਂਟ ਹੁੰਦੀ, ਦੈਟ ਇਜ਼ ਆਈਦਰ ਚਾਰਜ ਇਨਟੂ ਡਿਸਟੈਂਸ ਬਿਟਵੀਨ them। ਠੀਕ ਹੈ, ਡਿਸਟੈਂਸ ਆਪਾਂ ਆਮ ਤੌਰ ਤੇ ਡਾਈਪੋਲ ਦੇ ਕੇਸ 'ਚ 2a ਹੀ ਕੰਸੀਡਰ ਕਰਦੇ ਆ। ਹੁਣ ਇੱਕ ਚੀਜ਼ ਹੋਰ ਇੱਥੇ ਧਿਆਨ ਦੇਣ ਵਾਲੀ ਉਹ ਇਹ ਹੈ ਕਿ ਜੇਕਰ, ਇਹ ਜ਼ਰੂਰ ਧਿਆਨ ਨਾਲ ਹੁਣ ਸਮਝ ਲਿਆ ਜੋ ਆਪਾਂ ਪਹਿਲੇ ਵੀ ਕਰਦੇ ਰਹੇ ਹਾਂ ਕਿ ਜੇਕਰ ਆਪਣੇ ਕੋਲ ਕੋਈ ਵੀ ਸਪੋਜ਼ ਕਰੋ ਇੱਕ ਆਪਾਂ ਕੋਈ ਵੀ ਰਾਜੇ ਇੱਕ ਵੈਕਟਰ ਕੁਆਂਟੀਟੀ ਲੈ ਲਈਏ। ਸਪੋਜ਼ ਇਹ ਕੋਈ ਵੈਕਟਰ ਕੁਆਂਟੀਟੀ ਹੈ ਜਿਹਨੂੰ ਅਸੀਂ P ਨਾਲ ਰਿਪਰੈਜ਼ੈਂਟ ਕਰ ਰਹੇ ਹਾਂ। ਠੀਕ ਹੈ, ਹੁਣ ਇਸ ਵੈਕਟਰ ਨੂੰ ਆਪਾਂ ਦੋ ਕੰਪੋਨੈਂਟਸ 'ਚ ਰਿਜ਼ੋਲਵ ਕਰ ਸਕਦੇ ਆ ਨਾ, ਦੋ ਕੰਪੋਨੈਂਟਸ 'ਚ ਰਿਜ਼ੋਲਵ। ਠੀਕ ਹੈ, ਆਪਾਂ ਨੂੰ ਪਤਾ ਹੀ ਹੈ ਵੀ ਆਪਾਂ ਰਿਜ਼ੋਲਵ ਕਰ ਸਕਦੇ ਹਾਂ। ਕਿਵੇਂ ਕਰਦੇ ਹੁੰਦੇ ਆਪਾਂ, ਇੱਕ ਆਪਾਂ ਇੱਧਰਲੇ ਪਾਸੇ ਨੂੰ ਲਾਈਨ ਲੈ ਲੈਂਦੇ ਆ ਹਨਾ, ਤੇ ਇੱਕ ਆਪਾਂ ਲਾਈਨ ਪਰਪੈਂਡੀਕੂਲਰ ਡਰਾ ਕਰ ਲੈਂਦੇ ਆ। ਠੀਕ ਹੈ, ਸਪੋਜ਼ ਕਰੋ ਕਿ ਦਿਸ ਇਜ਼ ਦਾ ਕੇਸ, ਮੰਨ ਲਓ ਵੀ ਆਹ ਕੇਸ ਹੈ। ਇਸ ਕੇਸ 'ਚ ਜਿਵੇਂ ਆਪਾਂ ਆਮ ਤੌਰ ਤੇ ਲੈਂਦੇ ਆ ਕਿ ਇਹ ਵਾਲਾ ਆਪਣਾ x ਐਕਸਿਸ ਹੈ ਤੇ ਇਹ ਵਾਲਾ ਆਪਣਾ ਕੀ ਹੈ, y ਐਕਸਿਸ ਹੈ। ਇਹ ਆਪਣਾ ਕੋਈ ਵੀ ਕੁਝ ਵੀ ਹੋ ਸਕਦਾ ਹੈ। ਠੀਕ ਹੈ ਨਾ, ਇਹ ਕੋਈ ਵੈਕਟਰ ਕੁਆਂਟੀਟੀ ਹੈ ਜਿਵੇਂ ਆਪਾਂ P ਨਾਲ ਇੱਥੇ ਰਿਪਰੈਜ਼ੈਂਟੇਸ਼ਨ ਦੇ ਰਹੇ ਹਾਂ।
ਹੁਣ ਇਹ P ਦਾ ਕੋਈ ਐਂਗਲ ਬਣੂਗਾ ਆਈਦਰ ਵਿਦ x ਐਕਸਿਸ ਜਾਂ y ਐਕਸਿਸ, ਕਿਸੇ ਨਾਲ ਵੀ ਕੋਈ ਐਂਗਲ ਬਣੂਗਾ, ਕਿਤੇ ਵੀ ਆਪਾਂ ਅਸਿਊਮ ਕਰ ਲਈਏ। ਮੰਨ ਲਓ ਮੈਂ ਇੱਥੇ ਸਪੋਜ਼ ਕਰੋ, ਆਮ ਤੌਰ ਤੇ ਆਪਾਂ x ਐਕਸਿਸ ਨਾਲ ਲੈਂਦੇ ਹੁੰਦੇ ਹਾਂ, ਸਪੋਜ਼ ਕਰੋ ਮੈਂ ਲੈ ਲਾਂ ਕਿ y ਐਕਸਿਸ ਨਾਲ ਇਹਦਾ ਕੁਝ ਐਂਗਲ ਬਣ ਰਿਹਾ। ਐਂਗਲ ਕਿੰਨਾ ਬਣ ਰਿਹਾ? ਥੀਟਾ। ਕਿੰਨਾ ਐਂਗਲ ਇਹ ਬਣਾ ਰਿਹਾ? ਥੀਟਾ। ਇੱਥੇ ਮੈਂ ਥੀਟਾ ਐਂਗਲ, ਇੱਥੇ ਆਪਾਂ ਐਂਗਲ ਲੈ ਲਾਂਗੇ ਥੀਟਾ। ਹੁਣ ਕੀ ਹੋਏਗਾ? P ਜਿਹੜਾ ਆਪਣਾ ਵੈਕਟਰ ਹੈ, ਇਹਦਾ ਕੰਪੋਨੈਂਟ y ਦੇ ਅਲੋਂਗ ਤੇ x ਦੇ ਅਲੋਂਗ ਕਿੰਨਾ ਕਿੰਨਾ ਆਊਗਾ? ਕੋਈ ਨਾ ਦੱਸ ਸਕਦਾ ਹੈ? ਅਲੋਂਗ x ਐਕਸਿਸ ਇਹਦਾ ਕੀ ਇਫੈਕਟ ਹੋਏਗਾ ਤੇ ਅਲੋਂਗ y ਐਕਸਿਸ ਇਹਦਾ ਕੀ ਕੰਪੋਨੈਂਟ ਆਊਗਾ ਐਸ P ਦਾ, ਐਸ ਵੈਕਟਰ ਦਾ? ਉਹ ਸਿੰਪਲ ਜਿਹਾ ਫੰਡਾ ਹੈ, ਪਹਿਲੇ ਵੀ ਆਪਾਂ ਕਈ ਵਾਰੀ ਡਿਸਕਸ ਕਰ ਚੁੱਕੇ ਹਾਂ ਵੀ ਜਿੱਧਰਲੇ ਪਾਸੇ ਐਂਗਲ ਬਣਦਾ ਹੋਵੇ ਆਈਦਰ ਵਿਦ x ਐਕਸਿਸ ਜਾਂ y ਐਕਸਿਸ, ਜਿੱਧਰ ਵੀ ਐਂਗਲ ਬਣਦਾ ਹੋਵੇ ਉਧਰਲੇ ਪਾਸੇ cos ਥੀਟਾ ਵੈਲਿਊ, ਦੂਜੇ ਪਾਸੇ sin ਥੀਟਾ। ਇਹਦਾ ਮਤਲਬ ਐਸ P ਆ ਜਿਹੜਾ ਆਪਣਾ P ਵੈਕਟਰ ਸੀਗਾ ਵਾਲਾ, ਇਹਦਾ ਕੰਪੋਨੈਂਟ ਅਲੋਂਗ x ਐਕਸਿਸ ਕਿੰਨਾ ਆ ਜਾਊਗਾ ਤੁਹਾਡੇ ਐਸ ਕੇਸ 'ਚ? ਆ ਜਾਊਗਾ P sin ਥੀਟਾ। ਇਹ ਤੁਹਾਨੂੰ ਦੱਸਿਆ ਜਿੱਧਰ ਐਂਗਲ ਨਹੀਂ ਬਣ ਰਿਹਾ, ਜਿੱਧਰ ਆਪਣਾ ਐਂਗਲ ਨਹੀਂ ਹੈਗਾ ਉਧਰਲੇ ਪਾਸੇ ਆਪਾਂ ਕੀ ਲੈਣਾ? sin ਥੀਟਾ। ਤੇ ਦੂਜੀ ਸਾਈਡ ਤੇ ਇਹਦੀ ਵੈਲਿਊ ਕਿੰਨੀ ਆ ਜਾਊਗੀ? ਇੱਥੇ ਕਿੰਨੀ ਵੈਲਿਊ ਆ ਜਾਊਗੀ? ਆਪਾਂ ਲਿਖਾਂਗੇ P cos ਥੀਟਾ, ਜਿੱਧਰਲੇ ਪਾਸੇ ਆਪਣਾ ਐਂਗਲ ਬਣਦਾ ਹੁੰਦਾ ਹੈ। ਇਜ਼ ਇਟ ਓਕੇ? ਜੇ ਐਂਗਲ ਦੇਖੋ, ਐਂਗਲ ਇੱਥੇ ਬਣ ਰਿਹਾ ਹੁੰਦਾ ਨੀਚੇ, ਫਿਰ ਇੱਧਰ ਆਪਾਂ cos ਥੀਟਾ ਲੈ ਲੈਂਦੇ, ਇੱਥੇ ਐਂਗਲ ਨਹੀਂ ਹੋਣਾ ਸੀ, ਫਿਰ ਇੱਧਰ ਆਪਣਾ ਕੀ ਆ ਜਾਣਾ ਸੀ? sin ਥੀਟਾ। ਇਦਾਂ ਹੀ ਆਪਾਂ ਲੈਂਦੇ ਹਾਂ। ਹੁਣ ਦੇਖੋ ਜਿਹੜੀ ਆ ਫਿਗਰ ਹੈ ਤੁਹਾਡੇ ਕੋਲ, ਇਹਦੇ ਚ ਆਹ ਵਾਲਾ ਜਿਹੜਾ ਇੱਕ ਆਪਣਾ ਡਾਈਪੋਲ ਹੈ, ਜਿਹੜਾ ਆਹ ਵਾਲਾ, ਇਹ ਡਾਈਪੋਲ ਜਿੰਦੀ ਡਾਈਪੋਲ ਮੂਵਮੈਂਟ ਕਿੰਨੀ ਹੈ? P ਵੈਕਟਰ ਹੈ, ਉਵੇਂ ਵੈਕਟਰ ਹੈ ਜਿਵੇਂ ਆਪਣਾ ਆਹ ਵੈਕਟਰ ਲਿਆ, ਆਪਾਂ ਆਹ ਵਾਲਾ ਵੈਕਟਰ ਲਿਆ ਨਾ, ਉਵੇਂ ਆਹ ਵਾਲਾ ਆਪਣਾ ਵੈਕਟਰ ਹੈ। ਡਾਈਪੋਲ ਮੂਵਮੈਂਟ ਨੂੰ ਆਪਾਂ ਹੁਣ ਕੰਸੀਡਰ ਕਰ ਰਹੇ ਹਾਂ। ਜਿਹੜਾ ਆਪਣਾ ਪੁਆਇੰਟ P ਹੈ ਉਹਨੂੰ ਆਪਾਂ ਸੈਂਟਰ ਨਾਲ ਮਿਲਾਤਾ, ਲਾਈਨ ਬਣ ਗਈ। ਜੇ ਆਪਾਂ ਇਹ ਸਪੋਜ਼ ਕਰ ਲਈਏ ਵੀ ਐਸ ਡਾਈਪੋਲ ਨੂੰ ਅਸੀਂ ਘੁਮਾ ਕੇ, ਜੇ ਐਸ ਡਾਈਪੋਲ ਨੂੰ ਅਸੀਂ ਘੁਮਾ ਦਈਏ ਐਦਾਂ, ਜੇ ਪੂਰੇ ਡਾਈਪੋਲ ਨੂੰ ਜਿਵੇਂ ਮੈਂ A ਤੋਂ ਪਕੜ ਕੇ ਐ ਘੁਮਾ ਦਿਆਂ ਐਟ ਅਲੋਂਗ ਦਿਸ ਪੁਆਇੰਟ, ਐਸ ਪੁਆਇੰਟ ਦੇ ਅਲੋਂਗ, ਜਿਹੜਾ ਆਪਣਾ ਪੁਆਇੰਟ ਹੈ ਇਹਦੇ ਅਲੋਂਗ ਆਪਾਂ ਘੁਮਾ ਦਈਏ, ਐ ਥੋੜਾ ਰੋਟੇਟ ਕਰ ਦਈਏ, ਸਮਝ ਗਏ? ਰੋਟੇਸ਼ਨ ਹੋ ਜੂਗੀ। ਆ ਤੁਹਾਡਾ ਪੁਆਇੰਟ ਇੱਧਰ ਨੂੰ ਚਲਾ ਜਾਊਗਾ, ਆਹ ਪੁਆਇੰਟ ਤੁਹਾਡਾ ਇੱਧਰ ਨੂੰ ਆ ਜਾਊਗਾ, ਤਾਂ ਕੀ ਹੋ ਜਾਊਗਾ? A ਡੈਸ਼, A ਦੀ ਥਾਂ ਤੇ ਅਸੀਂ ਉਹਨੂੰ A1 ਲਿਖਤਾ, ਉਹ ਇੱਥੇ ਆ ਗਿਆ। ਜਿਹੜਾ B ਸੀਗਾ ਘੁੰਮ ਕੇ ਇੱਥੇ ਚਲਾ ਗਿਆ, ਉਹ B1 ਬਣ ਗਿਆ। ਤਾਂ ਤੁਹਾਡਾ ਡਾਈਪੋਲ ਇੱਦਾਂ ਘੁੰਮ ਗਿਆ, ਸਪੋਜ਼ ਕਰੋ। ਜੇ ਡਾਈਪੋਲ ਇੱਦਾਂ ਘੁੰਮ ਗਿਆ, ਆਹ ਵਾਲਾ ਐਂਗਲ ਮੰਨ ਲਓ ਥੀਟਾ ਸੀ, ਤਾਂ ਜਿਹੜੀ ਡਾਈਪੋਲ ਮੂਵਮੈਂਟ ਇੱਥੇ ਅਸੀਂ P ਲਈ ਸੀ, ਉਹ ਇਹਦੇ ਅਕਰੋਸ ਡਾਈਪੋਲ ਮੂਵਮੈਂਟ ਕਿੰਨੀ ਆ ਜਾਊਗੀ? ਜਿਵੇਂ ਜਿੱਧਰਲੇ ਪਾਸੇ ਐਂਗਲ ਸੀਗਾ, ਆਹ ਮੰਨ ਲਓ P ਸੀਗਾ, ਤੇ ਜਿੱਧਰਲੇ ਪਾਸੇ ਐਂਗਲ ਸੀ ਉਧਰੋਂ ਦੀ ਡਾਈਪੋਲ ਮੂਵਮੈਂਟ ਕਿੰਨੀ ਸੀ? cos ਥੀਟਾ ਦੇ ਨਾਲ। ਇਹਦਾ ਮਤਲਬ ਜਿਹੜਾ P ਡਾਈਪੋਲ ਸੀਗਾ, P ਡਾਈਪੋਲ ਮੂਵਮੈਂਟ ਸੀਗੀ ਸਾਡੇ ਐਸ ਡਾਈਪੋਲ ਦੀ, ਇਲੈਕਟ੍ਰਿਕ ਡਾਈਪੋਲ ਮੂਵਮੈਂਟ, ਉਹ ਜੇਕਰ ਅਸੀਂ ਉਹਨੂੰ ਘੁਮਾ ਕੇ A ਡੈਸ਼ B ਡੈਸ਼ ਤੇ ਕਰ ਦਿਆਂਗੇ, ਫਿਰ ਡਾਈਪੋਲ ਮੂਵਮੈਂਟ ਕਿੰਨੀ ਰਹਿ ਜੂਗੀ? P cos ਥੀਟਾ ਬਣ ਜੂਗੀ। ਠੀਕ ਹੈ? ਤੇ ਜੇ ਦੀ ਡਾਈਪੋਲ ਮੂਵਮੈਂਟ P cos ਥੀਟਾ ਬਣ ਗਈ, ਫਿਰ ਸਾਡਾ ਪੁਆਇੰਟ P ਕਿੱਥੇ ਆ ਗਿਆ? ਫਿਰ ਸਾਡਾ ਪੁਆਇੰਟ A ਡੈਸ਼ B ਡੈਸ਼ ਦੇ ਹਿਸਾਬ ਨਾਲ ਜੇ ਅਸੀਂ ਹੁਣ ਸੋਚੀਏ, ਜੇ ਅਸੀਂ ਡਾਈਪੋਲ ਨੂੰ ਇਹਦੇ ਹਿਸਾਬ ਨਾਲ ਸੋਚੀਏ, ਅਸੀਂ ਇਹ ਮੰਨ ਲਈਏ ਵੀ ਆਹ ਸਾਡਾ ਡਾਈਪੋਲ ਹੈ ਹੁਣ ਇੱਥੋਂ ਲੈ ਕੇ ਇੱਥੋਂ ਤੱਕ, ਠੀਕ ਹੈ? ਇਹ ਡਾਈਪੋਲ ਹੈ, ਤੇ ਇਸ ਹਿਸਾਬ ਨਾਲ ਆਹ ਵਾਲੀ ਲਾਈਨ ਜਿਹੜੀ ਅੱਗੇ ਜਾਂਦੀ ਵੀ ਐਕਸਲ ਲਾਈਨ ਹੋਗੀ। ਜੇ ਐਕਸਲ ਲਾਈਨ ਹੋ ਗਈ ਇਹ ਵਾਲੇ ਡਾਈਪੋਲ ਦੀ, ਹੁਣ ਇੱਥੇ ਜਿਹੜੀ ਮੂਵਮੈਂਟ ਹੈ ਉਹ ਕਿੰਨੀ ਹੈ? P cos ਥੀਟਾ ਹੈ, ਤੇ P ਪੁਆਇੰਟ ਜਿਹੜਾ ਉਹ ਇਹਦੇ ਕਿੱਥੇ ਆਂਦਾ ਪਿਆ? ਐਕਸਲ ਲਾਈਨ ਦੇ ਉੱਪਰ ਆਂਦਾ ਪਿਆ। P ਪੁਆਇੰਟ ਕਿੱਥੇ ਆਂਦਾ ਪਿਆ? ਔਨ ਐਕਸਲ ਲਾਈਨ। ਤੇ ਐਕਸਲ ਲਾਈਨ ਦਾ ਅਸੀਂ ਫਾਰਮੂਲਾ ਉੱਪਰ ਕੀਤਾ, ਆਹ ਫਾਰਮੂਲਾ ਅਸੀਂ ਕੀਤਾ ਨਾ ਐਕਸਲ ਲਾਈਨ ਦੇ ਉੱਪਰ, ਠੀਕ ਹੈ ਨਾ? ਆਹ ਵਾਲਾ ਇੱਥੇ ਫਾਰਮੂਲਾ ਕੀ ਸੀਗਾ ਵੀ ਅਸੀਂ ਇਲੈਕਟ੍ਰਿਕ ਫੀਲਡ ਫਾਈਂਡ ਕਰ ਸਕਦੇ ਹਾਂ। P ਪੁਆਇੰਟ ਦੇ ਉੱਪਰ ਕਿੰਨੀ ਆਊਗੀ? 1.45 ਸਾਈਲਨ ਨੋਟ 2P cos ਥੀਟਾ ਅਪੋਨ R ਕਿਊਬ, ਠੀਕ ਹੈ? ਇਹ ਚੀਜ਼ ਆਊਗੀ। ਓਕੇ ਹੋ ਗਿਆ? ਹੁਣ ਆਪਣੀ ਬੁੱਕ ਦੇ ਹਿਸਾਬ ਨਾਲ, ਜੋ ਆਪਣੀ ਬੁੱਕ ਵਿੱਚ ਦਿੱਤਾ ਹੋਇਆ, ਆਪਾਂ ਉੱਧਰ ਦੇਖਦੇ ਹਾਂ, ਉਹਦੇ ਤੇ ਆਉਂਦੇ ਹਾਂ। देखो here the same concept is there। देखो फिगर ਵਿੱਚ, ਜੇ ਫਿਗਰ ਦੇ ਹਿਸਾਬ ਨਾਲ ਮੈਂ ਤੁਹਾਨੂੰ ਦੱਸਾਂ ਕਿ ਇਸ ਫਿਗਰ ਵਿੱਚ ਆਹ ਵਾਲੀ ਚੀਜ਼, ਇੱਥੇ ਮੈਂ ਇਹਨੂੰ ਥੋੜਾ ਤੁਹਾਨੂੰ ਦਿਖਾਣਾ ਕਿ ਜਿਹੜੀ ਇਹ ਫਿਗਰ ਹੈ, ਇਸ ਫਿਗਰ ਵਿੱਚ ਜਿਹੜਾ A ਪੁਆਇੰਟ ਹੈ ਸਾਡਾ ਆਹ ਵਾਲਾ, ਇਹ ਸਾਡਾ ਇੱਥੇ ਸਾਡਾ ਇੱਕ ਚਾਰਜ ਪਿਆ ਹੈ, ਆਹ ਸਾਡਾ B ਪੁਆਇੰਟ, ਇੱਥੇ ਸਾਡਾ ਦੂਸਰਾ ਚਾਰਜ ਪਿਆ ਹੈ। ਆਹ ਕਿੰਨਾ ਹੈ? ਪਲੱਸ Q, ਆਹ ਕਿੰਨਾ ਹੈ? ਮਾਈਨਸ Q। ਤਾਂ ਇਹ ਸਾਡਾ ਡਾਈਪੋਲ ਬਣ ਗਿਆ ਵਾਲਾ, ਠੀਕ ਹੈ? ਐਸ ਡਾਈਪੋਲ ਦੀ ਡਾਈਪੋਲ ਮੂਵਮੈਂਟ ਅਸੀਂ ਕਿੰਨੀ ਲੈ ਲਈ? P ਲੈ ਲਈ। P ਐਕਚੁਅਲ ਚ ਕਿੰਦੇ ਇਕੁਅਲ ਹੋਊਗਾ? ਡਾਈਪੋਲ ਮੂਵਮੈਂਟ ਕਿੰਦੇ ਇਕੁਅਲ ਹੁੰਦਾ? ਆਈਦਰ ਚਾਰਜ ਇਨਟੂ ਡਿਸਟੈਂਸ ਬਿਟਵੀਨ them, ਇਹਦੇ ਇਕੁਅਲ ਆ ਜਾਊਗਾ, ਠੀਕ ਹੈ? ਓਕੇ ਹੋ ਗਿਆ? ਠੀਕ ਹੈ? ਹੁਣ ਅਸੀਂ ਐਸੇ ਨੂੰ, ਐਸ ਡਾਈਪੋਲ ਨੂੰ, ਜਿਹੜਾ ਸਾਡਾ ਡਾਈਪੋਲ ਹੈ ਇਹ ਵਾਲਾ,
ਇਸ ਡਾਈਪੋਲ ਨੂੰ ਅਸੀਂ ਜੇ ਘੁਮਾ ਦਈਏ ਥੋੜਾ ਜਿਹਾ ਆਪਾਂ ਇੱਦਾਂ, ਤੇ ਆਹ ਤੁਹਾਡਾ ਪੋਰਸ਼ਨ ਇੱਧਰ ਚਲਾ ਗਿਆ, ਫਿਰ ਇਹ ਡਾਈਪੋਲ ਐ ਘੁੰਮ ਗਿਆ ਕਿੰਨੇ ਐਂਗਲ ਤੇ, ਥੀਟਾ ਐਂਗਲ ਤੇ। ਜੇ ਇਹਦੀ ਡਾਈਪੋਲ ਮੂਵਮੈਂਟ ਇੱਧਰਲੇ ਪਾਸੇ ਪੀ ਸੀ, ਇੱਧਰਲੇ ਪਾਸੇ ਕਿੰਨੀ ਆ ਜੂਗੀ, ਥੀਟਾ ਐਂਗਲ ਵੱਲ ਕਿੰਨੀ ਹੋ ਜੂਗੀ, ਪੀ ਕੋਸ ਥੀਟਾ। ਮਤਲਬ ਅਲੋਂਗ ਦਿਸ ਲਾਈਨ ਡਾਈਪੋਲ ਮੂਵਮੈਂਟ ਕਿੰਨੀ ਹੈ, ਪੀ ਕੋਸ ਥੀਟਾ। ਠੀਕ ਹੈ, ਆਹੀ ਚੀਜ਼ ਇੱਥੇ ਲਿਖੀ ਹੈ, ਦੇਖੋ ਧਿਆਨ ਨਾਲ, ਦਾ ਡਾਈਪੋਲ ਮੂਵਮੈਂਟ ਆ ਜਿਹੜਾ ਇੱਥੇ ਪੈਰਾ ਲਿਖਿਆ ਹੋਇਆ ਨਾ, ਸੈਕਿੰਡ ਪੈਰਾ, ਨੂੰ ਧਿਆਨ ਨਾਲ ਦੇਖੋ, ਇਹ ਆ ਵਾਲਾ, the dipole moment p vector of the dipole can be resolved into two components. ਪਹਿਲਾ ਦਾ the component p cos theta along OP, ਕਿਹੜੇ ਵਾਲਾ ਕੰਪੋਨੈਂਟ ਅਸੀਂ ਲੈ ਲਿਆ, p cos theta। cos theta ਅਸੀਂ ਤਾਂ ਲਿਆ ਕਿਉਂਕਿ ਇੱਧਰਲੇ ਪਾਸੇ ਐਂਗਲ ਥੀਟਾ ਬਣਦਾ ਸੀ। ਠੀਕ ਹੈ, ਹੁਣ ਜਿਹੜਾ ਅਸੀਂ ਆਹ ਵਾਲਾ ਲਿਆ ਸੀ ਨਾ ਫਿਗਰ ਵਿੱਚ, ਦੇਖੋ ਜਿਹੜਾ ਅਸੀਂ a ਡੈਸ਼ b ਡੈਸ਼ ਲਿਆ ਸੀ, a ਡੈਸ਼ b ਡੈਸ਼ ਸਾਡਾ ਆਹ ਵਾਲੀ ਲਾਈਨ ਸੀ, ਆ a ਡੈਸ਼ b ਡੈਸ਼, ਜਿਹਦੇ ਪਰਪੈਂਡੀਕੂਲਰ ਅਸੀਂ ਡਰਾ ਕਰ ਲਈ, ਉਹ ਆ a2 b2 ਆ ਜਾਊਗਾ, ਸੌਰੀ a1 b1 ਸੀਗਾ ਨਾ ਜਿਹੜਾ, ਉਹ a2 b2 ਪਰਪੈਂਡੀਕੂਲਰ ਆ ਜਾਊਗਾ। ਇਹਨੂੰ ਅਸੀਂ ਫਿਰ ਘੁਮਾ ਦਈਏ ਐਸ ਆਹ ਵਾਲਾ ਜਿਹੜਾ ਸਾਡਾ ab ਸੀਗਾ, ਜਿਹੜਾ ਸਾਡਾ ਓਰੀਜਨਲ, ਉਹਨੂੰ ਹੁਣ ਜੇ ਅਸੀਂ ਇੱਧਰ ਨੂੰ ਘੁਮਾ ਦਈਏ, ਠੀਕ ਹੈ, ਤਾਂ ਉਹ ਐਸ ਪੋਜੀਸ਼ਨ ਤੇ ਆ ਜਾਊਗਾ a2 b2 ਵਾਲੀ ਪੋਜੀਸ਼ਨ ਤੇ। ਜੇ a2 b2 ਵਾਲੀ ਆਹ ਵਾਲੀ ਪੋਜੀਸ਼ਨ ਤੇ ਆ ਜਾਊਗਾ ਤਾਂ ਇਹ ਵਾਲੀ ਪੋਜੀਸ਼ਨ ਹੋ ਜਾਊਗੀ ਪਰਪੈਂਡੀਕੂਲਰ ਟੂ ਦਿਸ a1 b1। ਜਿਵੇਂ ਅਸੀਂ ਉੱਧਰ ਡਾਈਪੋਲ ਦੀ ਗੱਲ ਕਰਦੇ ਪਏ ਸੀ, ਅਸੀਂ ਇੱਧਰ ਗੱਲ ਕਰ ਰਹੇ ਸੀ ਨਾ, ਆਹੀ ਗੱਲ ਕੀਤੀ ਸੀ ਨਾ ਅਸੀਂ। ਇੱਥੇ ਦੇਖੋ, ਜੇ ਸਾਡੇ ਕੋਲ p ਹੈਗਾ ਆਹ ਵਾਲਾ ਕੋਈ ਵੀ ਇੱਕ ਵੈਕਟਰ ਹੋਵੇ, ਉਹ ਜਿੱਧਰਲੇ ਪਾਸੇ ਐਂਗਲ ਬਣੂਗਾ, ਐਂਗਲ ਬਣਿਆ ਸੀ ਇੱਧਰ, ਇੱਧਰ ਉਹਦੀ ਵੈਲਿਊ ਕਿੰਨੀ ਹੈ, p cos ਥੀਟਾ। ਹੁਣ ਇਸ ਲਾਈਨ ਦੇ 90 ਡਿਗਰੀ ਤੇ ਆਹ ਵਾਲੀ ਲਾਈਨ ਹੈ, y ਦੇ 90 ਡਿਗਰੀ ਤੇ x ਹੈ, ਤੇ ਇੱਧਰਲੇ ਪਾਸੇ ਕਿੰਨੀ ਵੈਲਿਊ ਇਹਦੀ ਬਣੂਗੀ, p sin ਥੀਟਾ। ਉਹੀ ਚੀਜ਼ ਹੁਣ ਅਸੀਂ ਉੱਥੇ ਲਵਾਂਗੇ, ਉਹੀ ਚੀਜ਼ ਅਸੀਂ ਆਪਦੇ ਉੱਧਰ ਕੰਸੀਡਰ ਕਰਦੇ ਪਏ ਹਾਂ। ਕਿਵੇਂ ਲੈਣੇ ਪਏ ਅਸੀਂ, ਸੇਮ ਚੀਜ਼ ਅਸੀਂ ਇੱਥੇ ਲੈਣੇ ਪਏ ਹਾਂ। ਮਤਲਬ ਅਸੀਂ ਆਪਦੇ ਡਾਈਪੋਲ ਨੂੰ, ਜਿਹੜਾ ਸਾਡਾ ਓਰੀਜਨਲ ਡਾਈਪੋਲ ਹੈ, ਉਹਨੂੰ ਅਸੀਂ ਦੋ ਕੰਪੋਨੈਂਟਸ 'ਚ ਰਿਜ਼ੋਲਵ ਕਰ ਲਿਆ। ਇੱਕ ਆ ਜਾਊਗਾ a ਡੈਸ਼ b ਡੈਸ਼, ਇੱਕ ਕੰਪੋਨੈਂਟ ਕਿੱਥੇ ਆ ਗਿਆ, a ਡੈਸ਼ b ਡੈਸ਼, ਆ ਵਾਲਾ ਜਿਹੜਾ ਕਿ ਐਕਸਲ ਲਾਈਨ ਦੇ ਹਿਸਾਬ ਨਾਲ ਬਣ ਗਿਆ, ਤਾਂ ਉਹਦੀ ਵੈਲਿਊ ਕਿੰਨੀ ਬਣ ਜੂਗੀ, p cos ਥੀਟਾ। ਇੱਕ ਕੰਪੋਨੈਂਟ ਬਣ ਗਿਆ ਆ ਵਾਲਾ a2 b2 ਸਾਡਾ ਬਣ ਗਿਆ ਇਕੁਏਟੋਰੀਅਲ ਲਾਈਨ ਦੇ ਹਿਸਾਬ ਨਾਲ। ਫਿਰ ਆ ਪੁਆਇੰਟ, ਜਿਹੜਾ ਪੁਆਇੰਟ p ਹੈ, ਉਹ a2 b2 ਦੇ, ਦੇਖੋ ਆ ਜੇਕਰ ਅਸੀਂ a2 b2 ਨੂੰ ਮੈਂ ਲਵਾਂ, ਮਤਲਬ ਆ ਵਾਲਾ ਜੇ ਕੰਪੋਨੈਂਟ ਲਵਾਂ a2 b2, ਜੇ ਮੈਂ ਇਹਨੂੰ ਲਵਾਂ, ਠੀਕ ਹੈ, ਡਾਈਪੋਲ, ਤਾਂ ਜਿਹੜੀ ਆਹ ਵਾਲੀ ਲਾਈਨ ਹੈ, ਜਿੱਥੇ ਸਾਡਾ p ਪੁਆਇੰਟ ਹੈ, ਉਹ ਇਹਦੇ ਕਿੱਥੇ ਬਣਦੀ ਪਈ ਹੈ, ਐਕਸਲ ਲਾਈਨ ਦੇ ਉੱਪਰ, ਇਕੁਏਟੋਰੀਅਲ ਲਾਈਨ ਦੇ ਉੱਪਰ ਬਣ ਰਹੀ ਹੈ। ਫਿਰ ਜਦੋਂ ਅਸੀਂ ਫਾਰਮੂਲਾ ਲਾਵਾਂਗੇ, ਉਦੋਂ ਅਸੀਂ p ਨੂੰ ਇਕੁਏਟੋਰੀਅਲ ਲਾਈਨ ਦੇ ਉੱਪਰ ਕੰਸੀਡਰ ਕਰਾਂਗੇ। ਤਾਂ ਉਹਨਾਂ ਦੋਨਾਂ ਦੇ ਹਿਸਾਬ ਨਾਲ ਸਾਡੇ ਕੋਲ ਦੋ ਇਲੈਕਟ੍ਰਿਕ ਫੀਲਡ ਆ ਜਾਣਗੀਆਂ, ਵਿਚ ਆਰ ਗਿਵਨ ਹੇਅਰ। ਇੱਥੇ ਪਹਿਲਾਂ ਦੇਖੋ, ਪਹਿਲੇ ਸਾਨੂੰ ਆ ਦਿੱਤਾ ਹੋਇਆ ਦਾ ਪੁਆਇੰਟ p ਲਾਈਜ਼ ਔਨ ਦਾ ਐਕਸਲ ਲਾਈਨ ਆਫ ਡਾਈਪੋਲ a1 b1। ਜਿਹੜਾ a1 b1 ਅਸੀਂ ਡਾਈਪੋਲ ਲਿਆ, ਉਹਦੀ ਐਕਸਲ ਲਾਈਨ ਦੇ ਉੱਪਰ ਪੁਆਇੰਟ p ਆਂਦਾ ਪਿਆ। ਜੇ ਐਕਸਲ ਲਾਈਨ ਦੇ ਉੱਪਰ ਆਂਦਾ ਪਿਆ, ਫਿਰ ਸਾਡੇ ਕੋਲ e1 ਦੀ ਵੈਲਿਊ ਕਿੰਨੀ ਆ ਗਈ, e1 ਦੀ ਅਸੀਂ ਵੈਲਿਊ ਇੱਥੇ ਕਿੰਨੀ ਲਿਖ ਲਈ, ਤਾਂ ਉਹ ਅਸੀਂ ਲੈ ਲਈ e1 ਇਜ਼ ਇਕੁਅਲ ਟੂ ਆ ਵਾਲੀ ਵੈਲਿਊ, ਦੇਖੋ ਦਿਸ ਵੈਲਿਊ e1 ਇਜ਼ ਇਕੁਅਲ ਟੂ 1.45 ਸਾਈਲਨ 2p। ਆ p cos ਥੀਟਾ ਸੀ ਤਾਂ ਲਾਇਆ ਕਿਉਂਕਿ ਇੱਥੇ ਸਾਡੇ ਕੋਲ ਵੈਲਿਊ ਕਿੰਨੀ ਸੀ, cos ਥੀਟਾ ਵਾਲੀ ਸੀ। ਤਾਂ ਸਾਡੇ ਕੋਲ ਫਾਰਮੂਲਾ ਐਕਚੁਅਲ ਚ ਕੀ ਹੈ, 1.45 ਸਾਈਲਨ 2p ਅਪੋਨ r ਕਿਊਬ। ਇੱਥੇ ਸਾਡਾ cos ਥੀਟਾ, ਇਸ ਲਈ ਅਸੀਂ ਉਵੇਂ cos ਥੀਟਾ ਨਾਲ ਲਗਾਤਾ। ਤੇ ਜਿਹੜਾ ਦੂਸਰਾ ਹੈ, ਜਦੋਂ ਇਕੁਏਟੋਰੀਅਲ ਲਾਈਨ ਦੇ ਉੱਪਰ ਅਸੀਂ ਉਹਨੂੰ ਕੰਸੀਡਰ ਕਰਦੇ ਪਏ ਹਾਂ, ਜਦੋਂ ਅਸੀਂ ਡਾਈਪੋਲ, ਜੇ ਅਸੀਂ ਡਾਈਪੋਲ a2 b2 ਕੰਸੀਡਰ ਕਰ ਲਈਏ, ਜੇ ਡਾਈਪੋਲ a2 b2 ਕੰਸੀਡਰ ਕਰ ਲਈਏ, ਫਿਰ ਸਾਡਾ ਪੁਆਇੰਟ p ਕਿੱਥੇ ਆ ਗਿਆ, ਪੁਆਇੰਟ p ਕਿਸ ਜਗ੍ਹਾ ਤੇ ਆ ਗਿਆ, ਇਕੁਏਟੋਰੀਅਲ ਲਾਈਨ ਦੇ ਉੱਪਰ ਆ ਗਿਆ। ਇਕੁਏਟੋਰੀਅਲ ਲਾਈਨ ਤੇ ਆ ਗਿਆ ਤਾਂ ਫਿਰ ਉਹਦੀ ਇਲੈਕਟ੍ਰਿਕ ਫੀਲਡ E2 ਆ ਜੂਗੀ 1.45 ਸਾਈਲਨ ਨੋਟ p ਬਾਈ r ਕਿਊਬ ਫਾਰਮੂਲਾ ਹੁੰਦਾ ਹੈ। ਪਰ ਇੱਥੇ ਜਿਹੜੀ ਇਲੈਕਟ੍ਰਿਕ ਡਾਈਪੋਲ ਮੂਵਮੈਂਟ ਹੈ ਉਹ ਸਾਈਡ ਤੇ ਉਹ ਕਿੰਨੀ ਹੈ, p sin ਥੀਟਾ ਹੈ, therefore p sin ਥੀਟਾ upon r ਕਿਊਬ, this will be the formula। ਠੀਕ ਹੈ, ਅਸੀਂ ਜਦੋਂ ਇਹਨਾਂ ਦੀ ਰਿਜ਼ਲਟੈਂਟ ਇਲੈਕਟ੍ਰਿਕ ਫੀਲਡ ਕੈਲਕੂਲੇਟ ਕਰਾਂਗੇ ਤਾਂ ਅਸੀਂ ਟੋਟਲ ਲੈ ਲਾਂਗੇ। ਟੋਟਲ ਇਲੈਕਟ੍ਰਿਕ ਫੀਲਡ E will be equal to E1 plus E2, ਦੋਨਾਂ ਇਲੈਕਟ੍ਰਿਕ ਫੀਲਡ ਦਾ ਸਮ, ਕਿਉਂਕਿ ਇੱਥੇ ਦੋ ਇਲੈਕਟ੍ਰਿਕ ਫੀਲਡ ਲੱਗ ਰਹੀਆਂ,
ਦੋਨਾਂ ਦਾ ਸਮ ਲੈਣ ਲਈ ਅਸੀਂ ਜਦੋਂ ਇਸੇ ਫਾਰਮੂਲਾ ਲਗਾ ਕੇ ਕੈਲਕੂਲੇਟ ਕਰਾਂਗੇ, ਜਿਹੜੀ e ਦੀ ਵੈਲਿਊ ਹੈ, ਦਿਸ ਇਜ਼ ਯੋਰ e, ਇਟ ਵਿਲ ਬੀ ਇਕੁਅਲ ਟੂ e1 ਸਕੁਅਰ ਪਲੱਸ e2 ਸਕੁਅਰ ਦਾ ਅੰਡਰ ਰੂਟ। e1 ਦਾ ਜੋ ਵੀ ਮੈਗਨੀਚਿਊਡ ਹੈ, ਅਸੀਂ ਹੁਣੇ ਲਿਆ 1.45 ਸਾਈਲਨ ਨੋਟ 2p cos ਥੀਟਾ ਬਾਈ r ਕਿਊਬ ਇਹਦਾ ਸਕੁਅਰ। ਦੂਜੀ ਵੈਲਿਊ ਆ ਗਈ 1.45 ਸਾਈਲਨ ਨੋਟ 2p sin ਥੀਟਾ ਅਪੋਨ r ਕਿਊਬ ਇਹਦਾ ਸਕੁਅਰ। ਤਿੰਨ ਦੇ ਸਕੁਅਰਸ ਨੂੰ ਤੁਸੀਂ ਓਪਨ ਕਰੋਗੇ ਤਾਂ ਦੇਖੋ ਉੱਪਰ ਅੰਡਰ ਰੂਟ ਹੈ, ਇਹਨਾਂ ਵਿੱਚ ਕੁਝ ਵੈਲਿਊ ਸਾਡੇ ਕੋਲ ਕਾਮਨ ਆ ਜਾਣਗੀਆਂ ਬੇਟਾ। 1.45 ਸਾਈਲਨ ਨੋਟ 1.45 ਸਾਈਲਨ ਨੋਟ ਕਾਮਨ ਆ ਜਾਏਗਾ। ਇੱਥੇ p ਹੈਗਾ, ਇਹਦੇ 'ਚ ਵੀ p ਹੈਗਾ, ਇਹ ਵੀ ਕਾਮਨ ਆ ਜਾਊਗਾ, ਬਾਹਰ ਆ ਜਾਏਗਾ। ਇਹਨੂੰ ਆਪਾਂ ਸਕੁਅਰ ਕਰਾਂਗੇ ਨਾ, ਸਕੁਅਰ ਕਰਾਂਗੇ ਅੰਡਰ ਰੂਟ ਤੇ ਸਕੁਅਰ ਕੈਂਸਲ ਹੋ ਜਾਣਗੇ, ਦੋਨਾਂ ਵਿੱਚੋਂ ਕਾਮਨ ਆ ਜਾਏਗਾ ਬਾਹਰ। ਐਵੇਂ r ਕਿਊਬ ਐਸ ਸੱਚ ਇਹਦਾ ਵੀ ਸਕੁਅਰ ਹੈਗਾ, ਐਸ r ਕਿਊਬ ਦਾ ਵੀ ਸਕੁਅਰ ਹੈਗਾ, ਇਹ ਸਾਰਾ ਕੁਝ ਬਾਹਰ ਆ ਗਿਆ। ਬਾਹਰ ਕਿਵੇਂ ਆ ਗਿਆ? 1.45 ਸਾਈਲਨ ਨੋਟ p ਬਾਈ r ਕਿਊਬ, ਆਹੀ ਚੀਜ਼ਾਂ ਬਾਹਰ ਆ ਗਈ। ਕੀ ਰਹਿ ਗਿਆ ਇੱਥੇ? cos ਥੀਟਾ ਰਹਿ ਗਿਆ ਸੀ, 2 ਰਹਿ ਗਿਆ ਸੀ ਪਹਿਲੀ ਬ੍ਰੈਕਟ ਵਿੱਚ। 2 cos ਥੀਟਾ ਦਾ ਸਕੁਅਰ ਕੀਤਾ, ਕਿੰਨਾ ਬਣ ਗਿਆ? 4 cos ਸਕੁਅਰ ਥੀਟਾ ਬਣ ਗਿਆ। ਦੂਜੀ ਵੈਲਿਊ ਸਾਡੇ ਕੋਲ ਕੀ ਰਹਿ ਗਿਆ ਸੀ? ਕੱਲਾ sin ਥੀਟਾ ਰਹਿ ਗਿਆ ਸੀ, ਉਹਦਾ ਸਕੁਅਰ ਕਰਤਾ, ਕੀ ਬਣ ਗਿਆ? sin ਸਕੁਅਰ ਥੀਟਾ ਬਣ ਗਿਆ। ਹੁਣ 4 cos ਸਕੁਅਰ ਥੀਟਾ ਨੂੰ ਜੇ ਅਸੀਂ ਇਹਨੂੰ ਸੋਲਵ ਕਰੀਏ, ਦੇਖੋ ਅੰਡਰ ਰੂਟ ਦੇ ਅੰਦਰ ਵਾਲੀ ਵੈਲਿਊਜ਼ ਨੂੰ ਮੈਂ ਲੈਣਾ ਪਿਆ, ਕੱਲਾ ਅੰਡਰ ਰੂਟ ਦੇ ਅੰਦਰ, ਠੀਕ ਹੈ। ਜਿਹੜਾ 4 cos ਸਕੁਅਰ ਥੀਟਾ ਸੀ ਉਹਨੂੰ ਮੈਂ ਇਦਾਂ ਲਿਖ ਸਕਦਾ, 3 cos ਸਕੁਅਰ ਥੀਟਾ ਅੱਡ ਲਿਖ ਲਾਂ, ਪਲੱਸ 1 cos ਸਕੁਅਰ ਥੀਟਾ ਅੱਡ ਲਿਖ ਦਿਆਂ, ਪਲੱਸ 1 sin ਸਕੁਅਰ ਥੀਟਾ ਜਿਹੜਾ ਆਲਰੇਡੀ ਆਪਣੇ ਕੋਲ ਹੈਗਾ ਉਹ ਅੱਡ ਲਿਖਤਾ। ਮਤਲਬ ਜਿਹੜਾ ਪਹਿਲੀ ਵੈਲਿਊ ਸੀ 4 cos ਸਕੁਅਰ ਥੀਟਾ, ਉਹਨੂੰ ਮੈਂ 2 ਵਾਰੀ ਲਿਖਤਾ। 3 cos ਸਕੁਅਰ ਅੱਡ ਕਰਤੇ, 1 cos ਸਕੁਅਰ ਅੱਡ ਕਰਤਾ, ਇਦਾਂ ਹੋ ਸਕਦਾ। ਐਡ ਕਰਾਂਗੇ 4 ਹੀ ਆ ਜਾਊਗਾ ਨਾ। ਹੁਣ ਇਸ ਫਾਰਮੂਲਾ ਦੇ ਹਿਸਾਬ ਨਾਲ ਜੇ ਅਸੀਂ ਦੇਖੀਏ, ਆ cos ਸਕੁਅਰ ਥੀਟਾ ਪਲੱਸ sin ਸਕੁਅਰ ਥੀਟਾ, ਇਹਦੀ ਵੈਲਿਊ ਕਿੰਨੀ ਹੁੰਦੀ ਹੈ? ਆਪਾਂ ਕਿੰਨੀ ਲਗਾਉਂਦੇ ਮੈਥਸ ਵਿੱਚ? ਇਹਦੀ ਵੈਲਿਊ ਕਿੰਨੀ ਹੁੰਦੀ ਹੈ ਇਸ ਫਾਰਮੂਲਾ ਦੀ? 1। ਇਹਦਾ ਮਤਲਬ ਅੰਡਰ ਰੂਟ ਦੇ ਅੰਦਰ ਹੁਣ ਕੀ ਰਹਿ ਜਾਊਗਾ? 3 cos ਸਕੁਅਰ ਥੀਟਾ ਪਲੱਸ ਇਹਨਾਂ ਦੋਨਾਂ ਦੀ ਥਾਂ ਤੇ ਆਪਾਂ ਕੀ ਲਗਾ ਦੇਾਂਗੇ? 1। therefore you are getting this result, you are getting afterward you are getting this result कि e will be equal to 1.45 साइलन नोट as such, p ਤੁਹਾਡਾ as such, r क्यूब ਤੁਹਾਡਾ ਨੀਚੇ as such, ਆ ਵਾਲਾ r क्यूब है ना नीचे अपने ਕੋਲ ਉਵੇਂ ਦਾ ਉਵੇਂ ਪਿਆ, ਆ p ਉੱਪਰ ਉਵੇਂ ਪਿਆ, ਠੀਕ ਹੈ। 1.45 ਸਾइलन नोट ਇਹ ਆਪਣੇ ਕੋਲ ਹੈਗਾ ਹੀ ਹੈ ਪਹਿਲੇ ਆਲਰੇਡੀ। ਅੰਦਰ ਕੀ ਰਹਿ ਗਿਆ? 3 cos ਸਕੁਅਰ ਥੀਟਾ ਆਪਣਾ ਵਾਲਾ, ਠੀਕ ਹੈ, प्लस 1 कितों आ गया? cos स्क्वायर प्लस sin स्क्वायर, या sin स्क्वायर थीटा प्लस cos स्क्वायर थीटा ਆਪਾਂ 1 ਲਗਾਣੇ ਮੈਥਸ ਵਿੱਚ, ਉਹਦੀ ਵੈਲਿਊ ਆਪਾਂ 1 ਲਗਾਤੀ। ਤਾਂ ਇਹ ਜਿਹੜਾ ਆ ਵਾਲਾ ਜਿਹੜਾ ਤੁਹਾਡੇ ਕੋਲ ਰਿਜ਼ਲਟ ਆ ਗਿਆ, ਦਿਸ ਰਿਜ਼ਲਟ 2.24, ਇਹ ਰਿਜ਼ਲਟ ਜਿਹੜਾ ਸਾਡੇ ਕੋਲ ਇਹ ਆਪਣੇ ਕੋਲ ਬਣ ਗਿਆ ਇਲੈਕਟ੍ਰਿਕ ਫੀਲਡ, ਠੀਕ ਹੈ। ਟੋਟਲ ਇਲੈਕਟ੍ਰਿਕ ਫੀਲਡ ਆ ਗਿਆ, ਤੁਹਾਡਾ ਰਿਜ਼ਲਟ ਆ ਗਿਆ। ਇਹ ਸਾਰਾ ਆਪਣੇ ਕੋਲ ਇਹਦਾ ਫਾਰਮੂਲਾ ਆ ਗਿਆ। ਕੀ ਫਾਰਮੂਲਾ ਆ ਗਿਆ? 1.45 ਸਾਈਲਨ ਨੋਟ, ਠੀਕ ਹੈ। ਦਿਸ ਇਜ਼ ਦਾ ਫਾਰਮੂਲਾ, this result is there, ठीक है। आ अपना रिजल्ट आ गया, ठीक है। ये फॉर्मूला है। की फॉर्मूला आ गया? देखो दोबारा देखो ध्यान नाल कि इलेक्ट्रिक फील्ड E is equal to 1.45 साइलन नोट P, P is your dipole moment, है ना, अंडर रूट 3 cos स्क्वायर थीटा प्लस 1 बाय r क्यूब। r अपना डिस्टेंस है पॉइंट P ਦਾ, ਸਾਡੀ ਫਿਗਰ ਦੇ ਹਿਸਾਬ ਨਾਲ डिस्टेंस ऑफ पॉइंट P फ्रॉम द सेंटर ऑफ द डाइपोल ਜਿਹੜਾ ਸਾਡਾ ਗਿਵਨ ਹੈ, ਔਰ ਥੀਟਾ ਹੁੰਦਾ ਐਂਗਲ ਹੈ, ਜਿਸ ਐਂਗਲ ਤੇ ਉਹ ਸਾਡਾ ਪੁਆਇੰਟ ਹੈਗਾ। ਇਹ ਸਾਰੀਆਂ ਵੈਲਿਊਜ਼ ਨੂੰ ਇੱਥੇ ਪੁੱਟ ਅਪ ਕਰਕੇ ਯੂ ਕੈਨ ਗੈਟ ਦਿਸ ਇਲੈਕਟ੍ਰਿਕ ਫੀਲਡ। ਆਪਾਂ ਇੱਥੇ ਇਲੈਕਟ੍ਰਿਕ ਫੀਲਡ ਕੈਲਕੂਲੇਟ ਕਰ ਸਕਦੇ ਹਾਂ, ਠੀਕ ਹੈ। ਔਰ ਜਿਹੜੀ ਇਲੈਕਟ੍ਰਿਕ ਫੀਲਡ ਹੈ ਉਹ ਤੁਹਾਡੇ ਕੋਲ P ਪੁਆਇੰਟ ਦੇ ਉੱਪਰ, ਜੇ ਅਸੀਂ ਦੇਖੀਏ, ਦੇਖੋ P ਪੁਆਇੰਟ ਦੇ ਉੱਪਰ ਤੁਹਾਡੇ ਕੋਲ ਇੱਥੇ ਆ ਜਾਊਗਾ, ਆ P ਪੁਆਇੰਟ ਹੈ ਜਿਹੜਾ ਪੁਆਇੰਟ ਆਫ ਆਬਜ਼ਰਵੇਸ਼ਨ ਹੈ। ਆਹ ਵਾਲੀ ਸਾਡੀ ਇਲੈਕਟ੍ਰਿਕ ਫੀਲਡ ਹੈ ਇਨ ਦਿਸ ਡਾਇਰੈਕਸ਼ਨ, ਆਹ ਵਾਲੀ ਇਲੈਕਟ੍ਰਿਕ ਫੀਲਡ ਹੈ ਨਾ। ਤੇ ਹੁਣ ਆਪਾਂ ਦੇਖਣਾ ਇਹਦਾ ਐਂਗਲ ਕਿੰਨਾ ਹੈ। ਐਂਗਲ ਮਤਲਬ ਇਲੈਕਟ੍ਰਿਕ ਫੀਲਡ ਦਾ ਆਪਾਂ ਕੀ ਕੱਢ ਲਿਆ? ਇਹਦਾ ਆਪਾਂ ਮੈਗਨੀਚਿਊਡ, ਠੀਕ ਹੈ, ਉਹ ਆਪਾਂ ਉਹਦਾ ਫਾਰਮੂਲਾ ਡਰਾਈਵ ਕਰਤਾ, ਮੈਗਨੀਚਿਊਡ ਕਿੰਨਾ ਹੋਏਗਾ, ਹੈ ਨਾ। ਹੁਣ ਰਹਿ ਗਿਆ ਐਂਗਲ, ਵੀ ਇਹ ਕਿਸ ਡਾਇਰੈਕਸ਼ਨ 'ਚ ਹੈ। ਡਾਇਰੈਕਸ਼ਨ ਕੀ ਹੈ? ਆਹ ਵਾਲਾ ਆਪਾਂ ਐਂਗਲ ਹੈ ਅਲਫਾ, ਆਹ ਵਾਲਾ ਐਂਗਲ ਆਪਾਂ ਸਪੋਜ਼ ਕਰ ਲਿਆ ਅਲਫਾ। ਤੇ ਜੇ ਆਪਾਂ ਆਹ ਵਾਲੀ ਟ੍ਰਾਇੰਗਲ ਚੂਜ਼ ਕਰੀਏ, ਦੇਖੋ ਵੀ ਆਰ ਚੂਜ਼ਿੰਗ ਦਿਸ ਟ੍ਰਾਇੰਗਲ ਐਨਿਕ, ਕਿਹੜੀ ਟ੍ਰਾਇੰਗਲ ਬਣ ਗਈ ਹੈ? ਐਮ ਪੀ ਕੇ। ਆਹ ਟ੍ਰਾਇੰਗਲ ਜੇ ਮੈਂ ਲਵਾਂ, ਟ੍ਰਾਇੰਗਲ ਐਮ ਪੀ ਕੇ, ਇਹਦੇ ਹਿਸਾਬ ਨਾਲ ਜੇ ਟੇਂਜੈਂਟ ਅਲਫਾ ਲੈ ਲਈਏ, ਟੇਂਜੈਂਟ ਆਫ ਅਲਫਾ ਇਹ ਕਿੰਦੇ ਇਕੁਅਲ ਆ ਜਾਊਗਾ? ਪਰਪੈਂਡੀਕੂਲਰ ਅਪੋਨ ਬੇਸ। ਪਰਪੈਂਡੀਕੂਲਰ ਇੱਥੇ ਕੀ ਆ ਜਾਊਗਾ? ਐਮ ਕੇ ਆ ਵਾਲੀ ਸਾਈਡ, ਬੇਸ ਕੀ ਹੈ ਇੱਥੇ? ਪੀ ਕੇ ਆ ਵਾਲੀ ਸਾਈਡ, ਤਾਂ ਐਮ ਕੇ अपॉन पी के। टेंजेंट अल्फा
ਐਮ ਕੇ ਸਾਡਾ ਕੀ ਚੀਜ਼ ਹੈ? ਐਮ ਕੇ ਸਾਡਾ ਕੀ ਚੀਜ਼ ਹੈ? ਉਹ ਆਹ ਵਾਲਾ ਹੈ, ਉਹ ਸਾਡੀ ਜਿਹੜੀ ਸੈਕਿੰਡ ਇਲੈਕਟ੍ਰਿਕ ਫੀਲਡ ਸੀ E2 ਉਹਦੀ ਵੈਲਿਊ ਹੈ। ਦੇਅਰਫੋਰ ਵੀ ਕੈਨ ਰਾਈਟ E2 ਅਪੋਨ ਵਾਟ ਇਜ਼ ਪੀ ਕੇ ਆਪਣੀ ਪਹਿਲੀ ਇਲੈਕਟ੍ਰਿਕ ਫੀਲਡ ਦੀ ਵੈਲਿਊ ਹੈ, ਇਹਦਾ ਮਤਲਬ ਆਪਾਂ ਉਹਨੂੰ E1 ਲਿਖ ਸਕਦੇ ਹਾਂ। ਤਾਂ ਆਪਾਂ E1 ਤੇ E2 ਦੋਨੋਂ ਵੈਲਿਊਜ਼ ਲਈਆਂ ਸੀ ਨਾ। ਦਿਸ ਇਜ਼ ਯੂਅਰ ਵੀ ਆਰ ਕੈਲਕੂਲੇਟਿੰਗ ਟੇਂਜੈਂਟ ਆਫ ਅਲਫਾ। ਠੀਕ ਹੈ, ਤੇ ਇੱਥੇ ਤੁਸੀਂ E2 ਦੀ ਵੈਲਿਊ ਤੇ E1 ਦੀ ਵੈਲਿਊ ਪੁੱਟ ਅਪ ਕਰ ਦੇਣੀ ਹੈ। ਜਦੋਂ ਆਪਾਂ ਵੈਲਿਊਜ਼ ਪੁੱਟ ਅਪ ਕਰ ਦੇਂਗੇ ਵੀ ਕੈਨ ਗੈਟ ਦਾ ਐਂਗਲ ਅਲਫਾ ਆਲਸੋ, ਵੀ ਇਲੈਕਟ੍ਰਿਕ ਫੀਲਡ ਸਾਡੀ ਕਿਸ ਡਾਇਰੈਕਸ਼ਨ 'ਚ ਹੋਏਗੀ। ਉਹ ਦੇਖੋ ਨੀਚੇ ਇੱਥੇ ਇਹਨੇ ਸੋਲਵ ਕੀਤਾ ਹੋਇਆ ਹੈ, ਹੇਅਰ ਇਟ ਇਜ਼ ਸੋਲਵਡ। ਠੀਕ ਹੈ, ਆਹ ਚੀਜ਼ ਹੈ ਤੁਹਾਡੇ ਕੋਲ, ਆਹੀ ਚੀਜ਼ ਜਿਹੜੀ ਆਪਾਂ ਹੁਣੇ ਕੀਤੀ ਹੈ ਉੱਪਰ ਫਿਗਰ ਦੇ ਹਿਸਾਬ ਨਾਲ, ਕਿ ਟੇਂਜੈਂਟ ਅਲਫਾ ਸਾਡਾ ਐਮ ਕੇ ਬਾਈ ਪੀ ਕੇ ਦੇ ਇਕੁਅਲ ਆ ਗਿਆ। ਐਮ ਕੇ ਸਾਡਾ E2 ਹੈ, ਪੀ ਕੇ ਸਾਡਾ E1 ਹੈ। E2 ਦੀ ਵੈਲਿਊ ਸਾਡੀ ਆਹ ਵਾਲੀ ਹੈ 1.4 ਪਾਈ ਐਪਸਿਲਨ ਨੋਟ ਪੀ ਸਾइन ਥੀਟਾ ਬਾਈ ਆਰ ਕਿਊਬ, ਔਰ E1 ਦੀ ਵੈਲਿਊ ਸਾਡੀ ਆਹ ਵਾਲੀ 1.4 ਪਾਈ ਐਪਸਿਲਨ ਨੋਟ 2p ਕੋਸ ਥੀਟਾ ਬਾਈ ਆਰ ਕਿਊਬ। ਇਹਦੇ ਜਿਹੜੀਆਂ ਵੈਲਿਊਜ਼ ਕੈਂਸਲ ਹੁੰਦੀਆਂ ਸਾਰੀਆਂ ਤੁਸੀਂ ਕੈਂਸਲ ਕਰ ਦੇਣੀਆਂ। ਯੂ ਆਰ ਗੈਟਿੰਗ ਹਾਫ। ਠੀਕ ਹੈ, ਇੱਕ ਤੁਹਾਡੇ ਕੋਲ ਹਾਫ ਬਚ ਜੂਗਾ, ਇੱਕ ਤੁਹਾਡੇ ਕੋਲ ਉੱਪਰ ਬਚ ਜੂਗਾ ਸਾइन ਥੀਟਾ, ਨੀਚੇ ਬਚ ਜੂਗਾ ਕੋਸ ਥੀਟਾ, ਉਹ ਬਣ ਜੂਗਾ ਟੇਂਜੈਂਟ ਆਫ ਥੀਟਾ। ਦੈਟ ਮੀਨਸ ਟੇਂਜੈਂਟ ਅਲਫਾ ਤੁਹਾਡੇ ਇਹਦੇ ਇਕੁਅਲ ਆ ਜੂਗਾ, ਟੇਂਜੈਂਟ ਅਲਫਾ is equal to half tangent theta. Now this value of theta is known to us. ਇਹ theta ਦੀ ਵੈਲਿਊ ਆਪਾਂ ਨੂੰ ਪਤਾ ਹੈ। ਥੀਟਾ ਦੀ ਵੈਲਿਊ ਕਿਵੇਂ ਪਤਾ ਹੈ? ਵੀ ਆਪਣਾ ਐਕਚੁਅਲ 'ਚ ਆਪਣੇ ਕੋਲ ਕੀ ਹੋ ਰਿਹਾ, ਐਕਚੁਅਲ 'ਚ ਆਪਣੇ ਕੋਲ ਸਿਰਫ ਆ ਡਾਈਪੋਲ ਹੈ। ਦੇਖੋ ਆਹ ਚੀਜ਼ ਸੀਗੀ ਵੀ ਦਿਸ ਵਾਜ਼ ਯੂਰ ਡਾਈਪੋਲ, ਇਹ ਆਪਣਾ A ਸੀਗਾ ਪੁਆਇੰਟ, ਇਹ B ਸੀਗਾ, ਇਹ ਦੋ ਚਾਰਜਿਸ ਸੀ। ਦਿਸ ਇਜ਼ ਮਾਈਨਸ ਕਿਊ, ਸਪੋਜ਼ ਦਿਸ ਵਾਜ਼ ਪਲੱਸ ਕਿਊ, ਤੇ ਇੱਥੇ ਕੋਈ ਪੁਆਇੰਟ ਸੀਗਾ, ਆਹ ਪੁਆਇੰਟ P ਸੀਗਾ। ਇਹ ਪੁਆਇੰਟ P ਨੂੰ ਅਸੀਂ ਕੀ ਕੀਤਾ, ਸੈਂਟਰ ਨਾਲ ਜੁਆਇਨ ਕਰਤਾ। ਸੈਂਟਰ ਨਾਲ ਜੁਆਇਨ ਕਰਤਾ, ਮੰਨ ਲਓ ਮੈਂ ਇੱਥੇ ਲਾਈਨ ਜੁਆਇਨ ਕਰ ਦਿਆਂ, ਤਾਂ ਆ ਜਿਹੜਾ ਐਂਗਲ ਬਣ ਰਿਹਾ ਸੀਗਾ ਇਹ ਥੀਟਾ ਸੀਗਾ। ਆਪਾਂ ਨੂੰ ਪਤਾ ਸੀ ਵੀ ਸਾਡਾ ਜਿਹੜਾ ਪੁਆਇੰਟ ਆਫ P ਆਬਜ਼ਰਵੇਸ਼ਨ ਹੈ ਉਹ ਸੈਂਟਰ ਨਾਲ ਕਿੰਨੇ ਡਿਗਰੀ ਦੇ ਐਂਗਲ ਤੇ ਹੈ, ਤਾਂ ਉਹ ਸਾਨੂੰ ਪਤਾ ਹੈ। ਇੱਥੇ ਵੈਲਿਊਜ਼ ਪੁੱਟ ਅਪ ਕਰਾਂਗੇ, ਜੇ ਵੈਲਿਊ ਪੁੱਟ ਅਪ ਕਰਾਂਗੇ ਟੇਂਜੈਂਟ ਥੀਟਾ ਦਾ ਸਾਨੂੰ ਪਤਾ ਚੱਲ ਜੂਗਾ, ਹਾਫ ਟੇਂਜੈਂਟ ਥੀਟਾ ਦਾ ਪਤਾ ਚੱਲ ਜੂ, ਉੱਥੋਂ ਅਸੀਂ ਟੇਂਜੈਂਟ ਅਲਫਾ ਆ ਗਿਆ, ਫਿਰ ਆਪਾਂ ਅਲਫਾ ਕੈਲਕੂਲੇਟ ਕਰ ਲਾਂਗੇ। ਠੀਕ ਹੈ, ਬਾਈ ਪੁਟਿੰਗ ਦਾ ਵੈਲਿਊਜ਼। ਅਲਫਾ ਕਿੰਦਾ ਐਂਗਲ ਆ ਗਿਆ, ਦਿਸ ਇਜ਼ ਦਾ ਐਂਗਲ ਵਿਚ ਦਾ ਇਲੈਕਟ੍ਰਿਕ ਫੀਲਡ ਇਜ਼ ਮੇਕਿੰਗ। ਜਿਹੜੀ ਟੋਟਲ ਇਲੈਕਟ੍ਰਿਕ ਫੀਲਡ ਹੀ ਹੈ ਉਹ ਜਿਹੜਾ ਐਂਗਲ ਬਣਾ ਰਹੀ ਹੈ ਉਹ ਅਲਫਾ ਹੈ। ਤਾਂ ਇਹਦਾ ਮਤਲਬ ਆਪਾਂ ਨੂੰ ਐਂਗਲ ਵੀ ਪਤਾ ਚੱਲ ਗਿਆ, ਤੇ ਉੱਪਰ ਜਿਹੜਾ 2.24 ਆਹ ਵਾਲਾ ਰਿਜ਼ਲਟ ਹੈ, ਦਿਸ ਰਿਜ਼ਲਟ ਆਹ ਵਾਲਾ। ਠੀਕ ਹੈ, ਇਸ ਰਿਜ਼ਲਟ ਤੋਂ ਤੁਹਾਨੂੰ ਮੈਗਨੀਚਿਊਡ ਪਤਾ ਚੱਲ ਗਿਆ, ਔਰ ਇਸ ਰਿਜ਼ਲਟ ਤੋਂ ਨੀਚੇ ਆ ਕੇ ਜਿਹੜਾ ਟੇਂਜੈਂਟ ਅਲਫਾ ਵਾਲੇ ਤੋਂ ਤੁਹਾਨੂੰ ਅਲਫਾ ਪਤਾ ਚੱਲ ਜੂਗਾ। ਠੀਕ ਹੈ, ਇਹਦੇ ਤੋਂ ਆਪਾਂ ਅਲਫਾ ਕੈਲਕੂਲੇਟ ਕਰ ਲਾਂਗੇ, ਉਹ ਐਂਗਲ ਵੀ ਪਤਾ ਚੱਲ ਜੂਗਾ, ਮੈਗਨੀਚਿਊਡ ਵੀ ਆ ਗਿਆ, ਐਂਗਲ ਵੀ ਆ ਗਿਆ। In this way you have calculated the total electric field, ठीक है, by when the point is at any, ठीक है, when the observation point is at any side, ਕਿਤੇ ਵੀ ਹੈ। ਠੀਕ ਹੈ, ਡਾਈਪੋਲ ਦੇ ਅਰਾਊਂਡ, ਤੇ ਕੋਈ ਪਾਰਟਿਕੂਲਰ ਨਹੀਂ ਹੈਗਾ ਸੀ ਹੁਣ ਇਹ ਐਕਸਿਲ ਲਾਈਨ ਦੇ ਉੱਪਰ ਹੋਵੇ ਜਾਂ ਇਕੁਏਟੋਰੀ ਲਾਈਨ ਦੇ ਉੱਪਰ ਹੋਵੇ। ਠੀਕ ਹੈ, ਤਾਂ ਦਿਸ ਇਜ਼ ਦਾ ਆਰਟੀਕਲ। ਇਹ ਧਿਆਨ ਨਾਲ ਸਾਰਾ ਅੱਛੀ ਤਰ੍ਹਾਂ ਕਰੋ, ਫਿਰ ਆਪਾਂ ਨੈਕਸਟ ਜਿਹੜਾ ਹੈਗਾ ਉਹਨੂੰ ਅੱਗੇ ਕਰਾਂਗੇ। ਠੀਕ ਹੈ, ਅੱਜ ਤੁਹਾਡਾ ਇਹੀ ਕੰਮ ਹੈ ਕਿ ਯੂ ਡੂ ਦਿਸ ਆਰਟੀਕਲ। ਠੀਕ ਹੈ, ਇਹ ਵਾਲਾ ਆਰਟੀਕਲ ਸਾਰਿਆਂ ਨੇ ਅੱਛੀ ਤਰ੍ਹਾਂ ਕਰ ਲੈਣਾ ਹੈ। ਠੀਕ ਹੈ, ਜਿਹੜਾ ਇਲੈਕਟ੍ਰਿਕ ਫੀਲਡ ਐਟ ਐਨੀ ਪੁਆਇੰਟ ਡਿਊ ਟੂ ਐਨ ਇਲੈਕਟ੍ਰਿਕ ਡਾਈਪੋਲ। ਠੀਕ ਹੈ, ਹੁਣ ਕਿਸੇ ਵੀ ਪੁਆਇੰਟ ਤੇ ਸਾਡਾ ਐਟ ਐਨੀ ਪੁਆਇੰਟ ਹੈ। ਓਕੇ, ਹੋਪ ਤੁਹਾਨੂੰ ਸਾਰਿਆਂ ਨੂੰ ਗੱਲ ਸਮਝ ਆ ਗਈ। ਠੀਕ ਹੈ, ਔਰ ਇਹ ਸਮਝ ਆਉਣ ਤੋਂ ਬਾਅਦ ਇਹਨੂੰ ਧਿਆਨ ਨਾਲ ਇੱਧਰੋਂ ਵੀ ਦੇਖ ਲੈਣਾ, ਆਪਾਂ ਇਹਨੂੰ ਧਿਆਨ ਨਾਲ ਕਰਨਾ ਹੈ। ਠੀਕ ਹੈ, ਜਿਹੜਾ ਐਕਸਲ ਲਾਈਨ ਦੇ ਉੱਪਰ ਆਪਣਾ ਫਾਰਮੂਲਾ ਸੀਗਾ 1.4 ਪਾਈ ਐਪਸਿਲਨ ਨੋਟ 2p ਬਾਈ ਆਰ ਕਿਊਬ, ਇੱਥੇ ਆਪਾਂ p ਦੀ ਥਾਂ ਤੇ ਕੋਸ ਥੀਟਾ ਇਸ ਲਈ ਲਾਇਆ ਕਿਉਂਕਿ ਆਪਣੇ ਕੋਲ p ਕੋਸ ਥੀਟਾ ਬਣ ਜਾਂਦਾ ਹੈ। ਸਿਮਿਲਰਲੀ ਇਕੁਏਟਰੀ ਲਾਈਨ ਦੇ ਉੱਪਰ ਫਾਰਮੂਲਾ ਸੀਗਾ ਇਲੈਕਟ੍ਰਿਕ ਫੀਲਡ ਦਾ 1.4 ਪਾਈ ਐਪਸਿਲਨ ਨੋਟ p ਅਪੋਨ ਆਰ ਕਿਊਬ, ਇੱਥੇ p ਅਸੀਂ ਸਾइन ਥੀਟਾ ਇਸ ਲਈ ਲਾਇਆ ਕਿਉਂਕਿ ਇੱਥੇ ਇਸ ਕਨਸੈਪਟ ਵਿੱਚ ਜਦੋਂ ਅਸੀਂ ਇਕੁਏਟਰੀ ਲਾਈਨ ਦੇ ਉੱਪਰ ਲਾਵਾਂਗੇ ਤਾਂ ਇਕੁਏਟਰੀ ਲਾਈਨ ਦੇ ਹਿਸਾਬ ਨਾਲ ਲਵਾਂਗੇ ਤਾਂ ਸਾਡਾ ਜਿਹੜਾ ਡਾਈਪੋਲ ਮੋਮੈਂਟ ਹੈ ਉਹ p ਸਾइन ਥੀਟਾ ਆਏਗਾ। ਓਕੇ, ਤਾਂ ਯੂ ਟਰਾਈ ਦਿਸ ਆਰਟੀਕਲਸ ਟੂਡੇ, ਇਹਨੂੰ ਧਿਆਨ ਨਾਲ ਕਰਨਾ ਹੈ, ਔਰ ਕਰਨ ਤੋਂ ਬਾਅਦ ਇਹਨੂੰ ਲਿਖਣਾ ਹੈ। ਲਿਖਣਾ ਬਹੁਤ ਇੰਪੋਰਟੈਂਟ ਹੈ, ਕਰਨ ਤੋਂ ਬਾਅਦ ਲਿਖਣਾ ਬਹੁਤ ਜ਼ਰੂਰੀ ਹੈ। ਕਰੋ ਫਿਰ ਇਹਨੂੰ ਲਿਖੋ। ਓਕੇ, ਐਂਡ ਬਾਕੀ ਤੁਸੀਂ ਜਿਹੜਾ ਹੈਗਾ ਉਹ ਈਜ਼ੀਲੀ ਕਰ ਪਾਓਗੇ ਬਾਕੀ ਚੀਜ਼ਾਂ, ਹੈ ਨਾ, ਜੇ ਤੁਸੀਂ ਇਹਨੂੰ ਧਿਆਨ ਨਾਲ ਕਰ ਲਓਗੇ ਤਾਂ। ਓਕੇ, ਤੇ ਆਈ ਹੋਪ ਵੀ ਤੁਹਾਨੂੰ ਗੱਲ ਸਮਝ ਆ ਗਈ। ਹੁਣ ਤੁਸੀਂ ਇਹਨੂੰ ਆਰਾਮ ਨਾਲ ਪੜ੍ਹੋ, ਪੜ੍ਹਨ ਤੋਂ ਬਾਅਦ ਇਹਨੂੰ ਦੇਖੋ ਵੀ ਆਪਾਂ
ਇਸ ਆਰਟੀਕਲ ਨੂੰ ਕਿਵੇਂ ਲਿਖ ਕੇ ਦੇਖਣਾ ਹੈ। ਔਰ ਲਿਖਣਾ ਬਹੁਤ ਜ਼ਰੂਰੀ ਹੈ। ਜੇ ਲਿਖੋਗੇ ਫਿਰ ਅਜੇ ਲਿਖਣ ਤੋਂ ਬਾਅਦ ਤੁਹਾਨੂੰ ਕਲੀਅਰ ਹੋ ਜਾਏਗਾ ਵੀ ਹਾਂ ਇਹ ਵਾਲਾ ਆਰਟੀਕਲ ਸਾਨੂੰ ਆਉਂਦਾ ਹੈ। ਨੈਕਸਟ ਆਪਾਂ ਫਿਰ ਅਗਲੇ ਆਰਟੀਕਲ ਤੇ ਚੱਲਾਂਗੇ ਤੇ ਇਹਨੂੰ ਧਿਆਨ ਨਾਲ ਅੱਛੀ ਤਰ੍ਹਾਂ, ਠੀਕ ਹੈ, ਸਾਰੇ ਜਣੇ ਕਰੋ। ਹੈਪੀ ਲਰਨਿੰਗ ਐਂਡ ਆਲ ਦਾ ਬੈਸਟ।